ਸਤਿ ਸ਼੍ਰੀ ਅਕਾਲ ਕਿਸਾਨ ਭੈਣੋ ਤੇ ਭਰਾਓ। ਗਗਨਦੀਪ ਹਾਜ਼ਰ ਹੈ ਅੱਜ ਦੇ ਇਸ ਕਿਸਾਨਵਾਣੀ ਪ੍ਰੋਗਰਾਮ ਦਾ ਵਿਸ਼ਾ ਕਣਕ ਦੀ ਨਾੜ ਦਾ ਸੁਚੱਜਾ ਪ੍ਰਬੰਧ। ਇਸ ਵਿਸ਼ੇ ਤੇ ਗੱਲਬਾਤ ਲੈ ਕੇ ਕਿਸਾਨ ਭੈਣੋ ਤੇ ਭਰਾਓ, ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸੱਜੇ ਪਾਸੇ ਡਾਕਟਰ ਜਤਿੰਦਰ ਸਿੰਘ ਬਰਾੜ ਬੈਠੇ ਨੇ, ਜਿਨ੍ਹਾਂ ਨੇ ਇੱਕ ਲੰਬਾ ਅਰਸਾ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਖੇਤੀਬਾੜੀ ਮਾਹਰ ਵਜੋਂ ਕੰਮ ਕੀਤਾ ਤੇ ਮੇਰੇ ਦੂਜੇ ਪਾਸੇ ਸਰਦਾਰ ਜਗਤਾਰ ਸਿੰਘ ਬਰਾੜ ਬੈਠੇ ਨੇ, ਜਿਹੜੇ ਕਿ ਉੱਘੇ ਆਲੂ ਉਤਪਾਦਕ ਨੇ ਤੇ ਅਗਾਂਹ ਵਧੂ ਕਿਸਾਨ ਜਿਹੜੇ ਆ ਉਹ ਹੈਗੇ ਆ। ਕਿਸਾਨ ਭੈਣੋ ਤੇ ਭਰਾਓ, ਜਦੋਂ ਅਸੀਂ ਨਾੜ ਦੇ ਸੁਚੱਜੇ ਪ੍ਰਬੰਧ ਦੀ ਗੱਲ ਕਰਦੇ ਹਾਂ, ਭਾਵੇਂ ਇਹਨਾਂ ਦਿਨਾਂ ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਕਣਕ ਦਾ ਜਿਹੜਾ ਨਾੜ ਹੈ ਉਹ ਕਾਫੀ ਵੱਡੀ ਪੱਧਰ ਦੇ ਉੱਤੇ ਤੂੜੀ ਲਈ ਵਰਤਿਆ ਜਾ ਰਿਹਾ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਸਾਡੇ ਕਿਸਾਨ ਨੇ ਅਗਲੀ ਫਸਲ ਦੀ ਬਿਜਾਈ ਨੂੰ ਲੈ ਕੇ, ਸਾਉਣੀ ਦੀ ਫਸਲ ਦੀ ਬਿਜਾਈ ਨੂੰ ਲੈ ਕੇ ਉਹਦੇ ਪ੍ਰਬੰਧ ਵਜੋਂ ਜਿਹੜਾ ਉਹਨੂੰ ਅੱਗ ਦੇ ਹਵਾਲੇ ਜਿਹੜਾ ਉਹ ਕਰ ਰਹੇ ਆ। ਅੱਜ ਜਦੋਂ ਅਸੀਂ ਪੂਰੇ ਦੁਨੀਆ ਦੀ ਗੱਲ ਕਰੀਏ, ਪੂਰੇ ਵਿਸ਼ਵ ਦੀ ਗੱਲ ਕਰਦੇ ਹਾਂ, ਤਾਂ ਵਾਤਾਵਰਨ ਇੱਕ ਮਨੁੱਖੀ ਸਭਿਅਤਾ ਦੇ ਲਈ ਬੜਾ ਖਤਰਨਾਕ ਮੋੜ ਦੇ ਉੱਤੇ ਜਿਹੜਾ ਹੈ ਉਹ ਪਹੁੰਚ ਚੁੱਕਿਆ। ਸੋ ਇਸ ਲਈ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਬੜੇ ਸੁਚੇਤ ਰੂਪ ਦੇ ਵਿੱਚ ਚਰਚਾ ਕਰਨ ਦੀ ਲੋੜ ਹੈ। ਬੜੇ ਸੁਚੇਤ ਰੂਪ ਦੇ ਵਿੱਚ ਸਾਨੂੰ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦੇ ਹੱਲ ਵਾਸਤੇ ਅੱਗੇ ਵਧਣ ਦੀ ਲੋੜ ਆ। ਖੇਤੀਬਾੜੀ ਮਾਹਰਾਂ ਵੱਲੋਂ ਲਗਾਤਾਰ ਸਮੇਂ-ਸਮੇਂ ਦੇ ਉੱਤੇ ਇਹ ਜਿਹੜਾ ਪਰਾਲੀ ਦਾ ਸਾਂਭ ਸੰਭਾਲ ਆ ਜਾਂ ਨਾੜ ਦਾ ਜਿਹੜਾ ਰਹਿੰਦ ਖੂੰਹਦ ਆ, ਉਹਦੇ ਬਾਰੇ 'ਚ ਵੱਖੋ-ਵੱਖ ਤਰੀਕੇ ਜਿਹੜੇ ਆ ਸਾਡੇ ਕਿਸਾਨ ਭਰਾਵਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਆ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਜਿਹੜੇ ਤਰੀਕੇ ਨੇ ਕਿਸਾਨ ਉਹਨਾਂ ਨੂੰ ਕਿਸ ਹੱਦ ਤੱਕ ਅਪਣਾਉਂਦੇ ਨੇ, ਇਹਦੇ ਵਿੱਚ ਕਿਤੇ ਨਾ ਕਿਤੇ ਗੈਪ ਜਿਹੜਾ ਉਹ ਜ਼ਰੂਰ ਹੈਗਾ। ਇਹਦੇ ਲਈ ਅੱਜ ਆਪਾਂ ਕਿਸਾਨਾਂ ਦੇ ਪੱਖ ਤੋਂ ਸਰਦਾਰ ਜਗਤਾਰ ਸਿੰਘ ਬਰਾੜ ਨਾਲ ਗੱਲ ਕਰਾਂਗੇ ਤੇ ਮਾਹਰਾਂ ਦੇ ਪੱਖ ਤੋਂ ਸਰਦਾਰ ਜਤਿੰਦਰ ਸਿੰਘ ਬਰਾੜ ਜੀਆਂ ਨਾਲ ਉਹਨਾਂ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਤੁਹਾਡਾ ਵੀ ਤੇ ਜਗਤਾਰ ਜੀ ਤੁਹਾਡਾ ਵੀ ਇਸ ਸਟੂਡੀਓ ਵਿੱਚ ਆਉਣ 'ਤੇ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਜੀ। ਧੰਨਵਾਦ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਮੈਂ ਜਿਹੜੀ ਗੱਲ ਤੁਹਾਡੇ ਤੋਂ ਪੁੱਛਣੀ ਚਾਹੁੰਦਾ, ਜੇ ਅੱਜ ਅਸੀਂ ਪਰਾਲੀ ਪ੍ਰਬੰਧ ਦੀ ਗੱਲ ਕਰਨੀ ਹੋਵੇ ਜਾਂ ਨਾੜ ਦਾ ਜਿਹੜਾ ਸੁਚੱਜਾ ਪ੍ਰਬੰਧ ਦੀ ਗੱਲ ਕਰਨੀ ਹੋਵੇ, ਤਾਂ ਕਿਹੜੀਆਂ ਉਹ ਸਕੀਮਾਂ ਨੇ ਜਾਂ ਕਿਹੜੇ ਉਹ ਪਲਾਨ ਨੇ ਜਿਹੜੇ ਖੇਤੀਬਾੜੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਸੁਝਾਏ ਗਏ ਆ ਜੀ? ਗਗਨ ਜੀ, ਜਿੱਥੇ ਅਸੀਂ ਪ੍ਰਬੰਧ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਗੱਲ 'ਤੇ ਸੋਚਣ ਦੀ ਲੋੜ ਹੈ ਕਿ ਕਿਹੜੀਆਂ ਸਾਡੀਆਂ ਕਿਸਮਾਂ ਇਹੋ ਜਿਹੀਆਂ ਬੀਜੀਆਂ ਜਾਣ ਜਿਹੜੀਆਂ ਕਿ ਜਿਨ੍ਹਾਂ ਦੇ ਅੰਦਰ ਪਰਾਲ ਘੱਟ ਹੋਵੇ ਜੀ। ਕਿਉਂ ਪਹਿਲੀ ਗੱਲ ਤਾਂ ਇਹ ਆਉਂਦੀ ਹੈ ਵੀ ਜੇ ਅਸੀਂ ਸਾਰੇ ਪਰਾਲ ਦੀ ਗੱਲ ਕਰਦੇ ਹਾਂ ਤਾਂ ਸਾਡੇ ਕਿ 220 ਲੱਖ ਟਨ ਜਿਹੜਾ ਪਰਾਲੀ ਹੈਗੀ ਤਕਰੀਬਨ, ਮਤਲਬ ਇੰਨੀ ਕੁ ਪਰਾਲੀ ਹੈ ਜਿਹੜੀ ਕਿ ਪੂਰੇ ਪੰਜਾਬ 'ਚ ਹੈ। ਠੀਕ ਹੈ ਜੀ। ਹੁਣ ਇੱਥੇ ਗੱਲ ਇਹ ਆਉਂਦੀ ਵੀ ਜਿੱਥੇ ਕਿਸਾਨ ਭਰਾ ਸਾਡੇ ਹਾਲਾਂਕਿ ਬਹੁਤ ਇਹ ਸੁਚੇਤ ਹੋ ਚੁੱਕੇ ਆ ਤੇ ਬੜੇ ਹੀ ਅਗਾਂਹ ਵਧੂ ਕਿਸਾਨ ਸਮੇਤ ਸਰਦਾਰ ਜਗਤਾਰ ਸਿੰਘ ਜੀ ਬਰਾੜ ਸਾਹਿਬ ਬੈਠੇ ਨੇ, ਇਹ ਵੀ ਕਿਸਾਨਾਂ ਨਾਲ ਆਮ ਤੌਰ 'ਤੇ ਗੱਲਬਾਤ ਕਰਦੇ ਰਹਿੰਦੇ ਨੇ ਵੀ ਸਾਨੂੰ ਜਿਹੜਾ ਚੋਣ ਹੈਗਾ ਜੀ, ਉਹ ਝੋਨੇ ਦੀ ਜਿਹੜੀ ਕਿਸਮ ਹੈ ਉਹ ਉਹੋ ਜਿਹੀ ਕਰਨੀ ਚਾਹੀਦੀ ਹੈ ਜਿਹਦੇ ਅੰਦਰ ਪਰਾਲ ਘੱਟ ਹੋਵੇ ਤੇ ਝਾੜ ਦੇ ਉੱਤੇ ਸਾਡੇ ਇੱਕ ਚੰਗਾ ਅਸਰ ਹੋਵੇ, ਝਾੜ ਚੰਗੇ ਵਾਲੀ ਹੋਣ ਜੀ। ਤਾਂ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਕਿਸਮਾਂ ਨੇ ਉਹਨਾਂ ਨੂੰ ਹੀ ਵਰਤਣਾ ਚਾਹੀਦਾ ਹੈ, ਉਹਨਾਂ ਦੀ ਹੀ ਸਾਨੂੰ ਪਰਚੇਜ ਕਰਕੇ ਅਸੀਂ ਖੇਤਾਂ ਦੇ ਅੰਦਰ ਸਾਡੇ, ਤਾਂ ਕਿ ਨਾ ਉਹ ਆਮ ਕਹਾਵਤ ਹੈ ਵੀ ਨਾ ਅੰਨਾ ਨਿਉਂਦੀਏ ਨਾ ਦੋ ਆਉਣ। ਠੀਕ ਹੈ ਜੀ। ਤੇ ਉਸ 'ਤੇ ਅਗਰ ਜੇਕਰ ਸਾਡੇ ਕੋਲੇ ਪਹਿਲਾਂ ਕਿਸਮ ਦੀ ਚੋਣ ਹੀ ਇੱਕ ਵਧੀਆ ਹੋ ਜਾਂਦੀ ਹੈ ਤਾਂ ਪਰਾਲੀ ਦਾ ਨਿਸ਼ਚਿਤ ਰੂਪ 'ਚ ਸਾਡੇ ਦਬਾਅ ਥੋੜ੍ਹਾ ਉਹ ਘੱਟ ਜਾਂਦਾ ਹੈ। ਤਾਂ ਪਹਿਲਾ ਕੰਮ ਸਾਨੂੰ ਇੱਥੇ ਸੋਚਣ ਦੀ ਲੋੜ ਹੈਗੀ ਵੀ ਅਸੀਂ ਕਿਹੜੀ ਕਿਸਮ ਹੈਗੀ, ਤੇ ਜਿਹੜੀ ਆਮ ਤੌਰ 'ਤੇ ਮੈਂ ਤੁਹਾਨੂੰ ਦੱਸਾਂ PR 126 ਕਿਸਮ ਹੈ, ਬਹੁਤ ਵਧੀਆ ਹੈ। ਠੀਕ ਹੈ ਜੀ। 124 ਹੈ। ਈਵਨ ਜਿਹੜੀਆਂ PR ਵਾਲੇ ਹੈਗੀਆਂ ਪਿੱਛੋਂ ਜੱਟਕੀ ਭਾਸ਼ਾ 'ਚ ਇਹ ਗੱਲ ਕਹੀਏ ਤਾਂ ਉੱਥੇ ਕੀ ਹੈ ਵੀ ਜ਼ਿਮੀਂਦਾਰ ਕਹਿੰਦਾ ਵੀ ਜਿਹੜੀ ਕਿਸਮ ਦਾ ਪਰਾਲ ਪਿੱਛੋਂ ਹਰਾ ਰਹਿੰਦਾ ਹੈ ਜੜ ਵਾਲੇ ਪਾਸਿਓਂ, ਉਹਨੂੰ ਤਾਂ ਜੀ ਤਵੀਆਂ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈ। ਇਹ ਜ਼ਿਮੀਂਦਾਰਾਂ ਦੀ ਆਮ ਦੀ ਬੋਲਣ ਦੀ ਗੱਲ ਹੈਗੀ ਜਾਂ ਕਹਿਣ ਦੀ ਗੱਲ ਹੈਗੀ। ਤਾਂ ਸਾਨੂੰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਹਾਲਾਂਕਿ ਸਾਨੂੰ ਪਤਾ ਹੁੰਦਾ ਹੈ, ਉਹਦੇ ਬਾਵਜੂਦ ਵੀ ਕੀ ਹੈ ਵੀ ਅਸੀਂ ਚੱਲ ਪੈਂਦੇ ਹਾਂ ਵੀ ਫਲਾਣੇ ਥਾਂ 'ਤੇ ਝਾੜ ਬਹੁਤ ਨਿਕਲਿਆ। ਸਾਨੂੰ ਅੱਜ ਇਹੋ ਜਿਹੀ ਜਿਹੜੀਆਂ ਸਮੱਸਿਆ ਹੈਗੀਆਂ ਉਹਨਾਂ ਨੂੰ ਨਜਿੱਠਣ ਵਾਸਤੇ ਸਾਨੂੰ ਇਹ ਦੇਖਣ ਦੀ ਲੋੜ ਹੈ ਵੀ ਸਾਡੀ ਸਮੱਸਿਆ ਦਾ ਹੱਲ ਕਿਵੇਂ, ਤੇ ਇਸ ਸਮੱਸਿਆ ਨੂੰ ਕਿਵੇਂ ਅਸੀਂ ਵੱਧ ਤੋਂ ਵੱਧ ਉਹਦੀ ਵਰਤੋਂ ਕਰਕੇ ਪਰਾਲੀ ਦੀ ਅਸੀਂ ਹੋਰ ਉਤਪਾਦਨ ਜਾਂ ਸਾਡੀ ਜ਼ਮੀਨ ਦੀ ਸ਼ਕਤੀ ਕਿਵੇਂ ਵਧਾ ਸਕਦੇ ਹਾਂ। ਜੀ ਬਿਲਕੁਲ। ਜਗਤਾਰ ਜੀ, ਮੈਂ ਤੁਹਾਡੇ ਤੋਂ ਇਹ ਗੱਲ ਪੁੱਛਣੀ ਚਾਹੁੰਦਾ ਵੀ ਜੇ ਅਸੀਂ ਜ਼ਮੀਨੀ ਪੱਧਰ ਦੀ ਗੱਲ ਕਰੀਏ, ਜ਼ਮੀਨ ਦੇ ਮਤਲਬ ਥੱਲੜਲੇ ਲੈਵਲ ਦੇ ਉੱਤੇ ਜਿਹੜਾ ਕਿਸਾਨ ਹੈ ਉਹ ਕਿਵੇਂ ਸੋਚਦਾ ਹੈ, ਖਾਸ ਕਰਕੇ ਇਹ ਵੈਰਾਈਟੀਆਂ ਨੂੰ ਲੈ ਕੇ? ਵੈਸੇ ਜਿਹੜੀ ਕਿਸਾਨ ਦੀ ਸਭ ਤੋਂ ਪਹਿਲੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਹੋਣਾ ਜੀ, ਬਿਲਕੁਲ, ਵੀ ਹਰ ਕਿਸਾਨ ਇਹੀ ਸੋਚਦਾ ਵੀ ਮੇਰਾ ਝਾੜ ਵੱਧ ਆਵੇ ਜੀ।
ਤਾਂ ਉਹ ਝਾੜ ਵੱਧ ਦੇ ਚੱਕਰ ਦੇ ਵਿੱਚ ਹੀ ਲੰਬੇ ਸਮੇਂ ਦੀਆਂ ਵੈਰਾਈਟੀਆਂ ਜੀ ਜਾਂ ਉਹ ਵੈਰਾਈਟੀਆਂ ਜਿਹੜੀਆਂ ਸਾਡੇ ਜ਼ਮੀਨ ਦੇ ਸਾਡੇ ਪਾਣੀ ਦੇ ਅਨੁਕੂਲ ਨਹੀਂ, ਜੀ ਤਾਂ ਉਹਨਾਂ ਦੀ ਖੇਤੀ ਆਪਾਂ ਕਰ ਬੈਠੇ ਹਾਂ। ਠੀਕ ਹੈ ਜੀ। ਪਰ ਹਮੇਸ਼ਾ ਹੀ ਯੂਨੀਵਰਸਿਟੀ ਦੇ ਜਿੰਨੇ ਮਾਹਰ ਨੇ ਜਾਂ ਡਾਕਟਰ ਸਾਹਿਬ ਵੀ ਇਹਨਾਂ ਨੇ ਬਹੁਤ ਇੱਥੇ KVK ਦੇ ਵਿੱਚ ਕਾਫੀ ਸਮਾਂ ਕਿਸਾਨਾਂ ਦੀ ਸੇਵਾ ਕੀਤੀ ਹੈ। ਜੀ ਤਾਂ ਜਿਸ ਤਰ੍ਹਾਂ ਇਹਨੇ ਦੱਸਿਆ ਵੀ ਜਿਵੇਂ PR 126 ਦੀ ਗੱਲ ਇਹਨਾਂ ਨੇ ਕੀਤੀ, ਜੀ, ਇਹ ਮੈਂ ਕਹਿੰਦਾ ਵੀ ਪਰਾਲੀ ਦੀ ਮੈਨੇਜਮੈਂਟ ਵਾਸਤੇ ਵੀ ਜੀ ਤੇ ਸਾਡੇ ਪਾਣੀ ਬਚਾਉਣ ਵਾਸਤੇ ਵੀ, ਠੀਕ ਹੈ ਇਹ ਜੀ। ਦੋਨਾਂ ਚੀਜ਼ਾਂ ਵਾਸਤੇ ਹੀ ਬਹੁਤ ਵਧੀਆ ਹੈਗੀ। ਜਿਵੇਂ ਇਹਨਾਂ ਨੇ ਗੱਲ ਕੀਤੀ ਬਿਲਕੁਲ ਫੈਕਟ, ਕਿਉਂਕਿ ਅਸੀਂ ਖੁਦ PR 126 ਨੂੰ ਜਿੱਥੇ ਅਸੀਂ ਆਲੂ ਨਹੀਂ ਲਾਉਂਦੇ, ਕਣਕ ਬੀਜਦੇ ਆ ਥੋੜ੍ਹੀ ਬਹੁਤੀ, ਜੀ ਤਾਂ ਉੱਥੇ ਉਹਨੂੰ ਅਸੀਂ ਤਵੀਆਂ ਨਾਲ ਵੀ ਤਿਆਰ ਕਰਕੇ ਦੇਖੇ। ਜੀ ਜੇ ਅਸੀਂ ਤਵੀਆਂ ਨਾਲ 2-3 ਵਾਰੀ ਵਾਹ ਕੇ ਉਹਦੇ 'ਚ ਪਾਣੀ ਛੱਡ ਦਈਏ ਠੀਕ ਹੈ ਤਾਂ ਜੀ। ਕੋਈ ਦਿੱਕਤ ਨਹੀਂ। ਜਦੋਂ ਉਹਨੂੰ ਵੱਤਰ ਆਉਂਦੀ ਹੈ ਕੋਈ ਪਤਾ ਨਹੀਂ ਲੱਗਦਾ ਵੀ ਇੱਥੇ ਪਰਾਲੀ ਵਾਹੀ ਹੈ ਜਾਂ ਨਹੀਂ ਵਾਹੀ। ਜਾਂ ਨਹੀਂ ਬਾਈ। ਮਤਲਬ ਇਹ ਜੇ ਵੈਰਾਈਟੀਆਂ ਸਾਡਾ ਕਿਸਾਨ ਉਹ ਜਿਹੜੀਆਂ ਸਿਫਾਰਿਸ਼ ਕੀਤੀਆਂ ਨੇ ਇਸ ਕੰਮ ਵਾਸਤੇ ਉਹ ਬੀਜਾਂਗੇ ਤਾਂ ਉਹਦੇ ਨਾਲ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਹੈਗੀਆਂ ਨੇ, ਬਣੀਆਂ ਰਹਿੰਦੀਆਂ। ਹਾਂਜੀ ਬਿਲਕੁਲ। ਬਰਾੜ ਸਾਹਿਬ ਇੱਕ ਗੱਲ ਮੈਂ ਹੋਰ, ਜਿਹੜੀ ਸਾਡੇ ਕਿਸਾਨਾਂ ਦੇ ਪੱਧਰ ਤੇ ਸਵਾਲ ਅਕਸਰ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਖੇਤਾਂ ਦੇ ਵਿੱਚ ਜਾਂਦੇ ਹਾਂ, ਕੀਤਾ ਜਾਂਦਾ ਉਹ ਇਹ ਹੁੰਦਾ ਕਿ ਨਰਮੇ ਦੀ ਬਿਜਾਈ ਜਿਹੜੀ ਹੈ ਕਣਕ ਤੋਂ ਤੁਰੰਤ ਬਾਅਦ ਕਰਨ ਦੀ ਲੋੜ ਹੁੰਦੀ ਹੈ। ਕਿਸਾਨ ਕੋਲੇ ਸਮਾਂ ਬਹੁਤ ਘੱਟ ਹੁੰਦਾ। ਕਈ ਵਾਰ ਉਹਨੂੰ ਲੱਗਦਾ ਵੀ ਜੇ ਮੈਂ ਪਰਾਲੀ ਦੀ ਸਾਂਭ ਸੰਭਾਲ ਦੇ ਵਿੱਚ ਉਲਝ ਗਿਆ ਤਾਂ ਸ਼ਾਇਦ ਮੇਰੀ ਜਿਹੜੀ ਫਸਲ ਆ ਉਹ ਬੀਜਣ ਦੇ ਵਿੱਚ ਕਿਤੇ ਨਾ ਕਿਤੇ ਲੇਟ ਹੋ ਜਾਊਗੀ। ਤੁਸੀਂ ਇਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਜਿੱਥੇ ਗੱਲ ਨਰਮੇ ਦੀ ਆ ਗਈ ਉੱਥੇ ਤਾਂ ਸਾਨੂੰ ਇੱਕ ਤਰ੍ਹਾਂ ਦਾ ਉਸ ਰੋਟੇਸ਼ਨ, ਸਾਨੂੰ ਜਿਹੜਾ ਸਾਡਾ ਇਲਾਕਾ ਹੈਗਾ ਬਠਿੰਡਾ ਮਾਨਸਾ ਦਾ, ਜੀ ਉੱਥੇ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜੇਕਰ ਅਸੀਂ ਨਰਮਾ ਤੇ ਸਰੋਂ ਦਾ ਅੱਜ ਜਿਹੜਾ ਕਿ ਕਿਸਾਨ ਵੀ ਅੱਜ ਮੰਨ ਰਿਹਾ ਹੈ ਵੀ ਜੇਕਰ ਅਸੀਂ ਨਰਮੇ ਦਾ ਤੇ ਸਰੋਂ ਦਾ ਅਗਰ ਕਰਦੇ ਹਾਂ ਤਾਂ ਸਰੋਂ ਅੱਜ ਇੱਕ ਲਾਹੇਵੰਦ ਫਸਲ ਅੱਜ ਦੇ ਦਿਨ 'ਚ ਮਤਲਬ ਬਿਲਕੁਲ ਹੈ। ਤਾਂ ਉੱਥੇ ਕੀ ਹੈਗਾ ਕਿ ਅਸੀਂ ਬਿਲਕੁਲ ਹੀ ਬੜੇ ਆਰਾਮ ਨਾਲ ਹੀ ਇਹਦੀ ਬਿਜਾਈ ਕੀਤੀ ਜਾ ਸਕਦੀ। ਹੁਣ ਸਮੱਸਿਆ ਆਉਂਦੀ ਹੈ ਵੀ ਕਿਸਾਨ ਅੱਗੋਂ ਇਹ ਗੱਲ ਕਹਿ ਦਿੰਦਾ ਹੈ ਵੀ ਤੁਸੀਂ ਦੱਸੋ ਜੀ ਪਾਣੀ ਤੇ ਬੰਦੀ ਆ ਜਾਂਦੀ ਹੈ। ਇਹ ਤਾਂ ਇੱਕ ਵੱਡੇ ਪੱਧਰ ਦੇ ਉੱਤੇ ਨਹਿਰਾਂ ਦੀ ਸਾਫ਼ ਸਫਾਈ ਦਾ ਕੰਮ ਵੀ ਕਿਤੇ ਪੁਰਾਣੇ ਟਾਈਮ ਤੋਂ, ਅੰਗਰੇਜ਼ਾਂ ਦੇ ਟਾਈਮ ਤੋਂ ਚੱਲਿਆ ਆ ਰਿਹਾ ਜੀ। ਇਹਨੂੰ ਵੀ ਬਦਲਣ ਦੀ ਲੋੜ ਹੈ ਵੀ ਉਹ ਸਫਾਈ ਜਾਂ ਇਹਦੀ ਮਤਲਬ ਨਹਿਰਾਂ ਦੀ ਜਿਹੜੀ ਹੈਗੀ ਉਹ ਇਹਨਾਂ ਮਹੀਨਿਆਂ 'ਚ ਨਾ ਹੋਣ, ਸਿਰਫ ਉਸ ਟਾਈਮ 'ਚ ਹੋਵੇ ਜਿੰਨੇ ਟਾਈਮ 'ਚ ਜ਼ਿਮੀਂਦਾਰ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ। ਇੱਕ ਸਮੱਸਿਆ ਮੈਂ ਇਹ ਸਮਝਦਾ ਜਿਹੜੀ ਕਿ ਨਿੱਜੀ ਤੌਰ ਤੇ ਬਰਾੜ ਸਾਹਿਬ ਵੀ ਜਿੱਥੇ ਕੀ ਹੈਗਾ ਕਿ ਇਹ ਪੁਰਾਣੇ ਟਾਈਮ ਤੋਂ ਚੱਲਿਆ ਆ ਰਿਹਾ, ਉਹੀ ਕਲਚਰ ਚੱਲੀ ਆ ਰਹੀ ਹੈ, ਤਾਂ ਸਾਨੂੰ ਕੀ ਨਰਮੇ ਦੀ ਬਿਜਾਈ ਵਾਸਤੇ ਪਾਣੀ ਨਹੀਂ ਮਿਲਦਾ। ਫਿਰ ਦੂਜੇ ਪਾਸੇ ਇਹਦੀ ਹੱਲ ਦੀ ਗੱਲ ਕਰੀਏ ਜੀ, ਸਾਨੂੰ ਪਤਾ ਹੈ ਵੀ ਪਾਣੀ ਇੰਨਾ ਨਹੀਂ ਗਾ, ਪਾਣੀ ਬੜਾ ਕੀਮਤੀ ਹੈ, ਪਰ ਜਿਹੜੀਆਂ ਮੋਟਰਾਂ ਦਾ ਪਾਣੀ ਠੀਕ ਹੈਗਾ ਜਾਂ ਅਸੀਂ ਪਾਣੀ ਨੂੰ ਕਿਤੇ ਸਟੋਰੇਜ ਜਾਂ ਡੱਗ ਜੇ ਬਣਾ ਕੇ, ਮੈਨੂੰ ਤਾਂ ਇੱਥੋਂ ਤੱਕ ਲੱਗਦਾ ਵੀ ਜੇ ਕਿਸਾਨ ਖੁਦ ਕਹਦੇ ਵੀ ਮੋਟਰ ਅਸੀਂ ਤਾਂ ਹੀ ਲਾਵਾਂਗੇ ਜੇਕਰ ਪਾਣੀ ਸਟੋਰ ਕਰਨ ਦਾ ਸਾਡੇ ਕੋਲੇ ਸਾਧਨ ਹੋਊਗਾ। ਠੀਕ ਹੈ ਜੀ। ਮੋਟਰ ਦੇ ਨਾਲ ਪਾਣੀ ਸਟੋਰ ਕਰਨ ਦੇ ਸਾਧਨ ਜੋੜਨਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ 15 ਮਾਰਚ ਦੇ ਤਕਰੀਬਨ ਉਦੋਂ ਬਾਅਦ ਪਾਣੀ ਫ੍ਰੀ ਹੁੰਦਾ ਹੈ ਜੀ। ਉਹ ਪਾਣੀ ਨੂੰ ਜੇਕਰ ਕੋਈ ਕਿਸਾਨ ਸਟੋਰ ਕਰਕੇ ਕਿਤੇ ਕਰ ਲੈਂਦਾ ਤਾਂ ਨਰਮੇ ਦੀ ਬਿਜਾਈ ਬੜੇ ਉਹ ਚੰਗੇ ਪਾਣੀ ਨਾਲ ਕਰ ਸਕਦਾ ਹੈ ਜੀ। ਕਿਉਂ ਉਹਨਾਂ ਦਿਨਾਂ 'ਚ ਹੁਣ ਜੋ ਐਤਕੀ ਦਾ ਹੀ ਮੈਂ ਸੀਜ਼ਨ ਦੀ ਨਜ਼ਰ ਮਾਰੀਏ ਤਾਂ 15 ਮਾਰਚ ਦੇ ਤਕਰੀਬਨ ਮਤਲਬ 15 ਤੋਂ 30 ਮਾਰਚ ਤੱਕ ਜਾਂ ਅਸੀਂ ਕਹੀਏ ਵੀ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਪਾਣੀ ਸੀਗਾ, ਉਦੋਂ ਬਾਅਦ ਇਹ ਬੰਦੀ ਆ ਗਈ ਹੈ ਜੀ। ਤਾਂ ਇੱਥੇ ਕੀ ਹੈਗਾ ਕਿ ਅਸੀਂ ਉਹ ਪਾਣੀ ਨੂੰ ਜੇਕਰ ਸਟੋਰ ਕਰਨ ਦੀ ਰੱਖੀਏ, ਚਾਹੇ ਅਸੀਂ ਮੋਟਰ ਵਾਲਾ ਪਾਣੀ ਵੀ ਸਟੋਰ ਕਰਦੇ ਹਾਂ ਜੀ, ਤਾਂ ਉੱਥੇ ਕੀ ਬਿਜਾਈ ਵਾਸਤੇ ਸਾਨੂੰ ਪਾਣੀ ਹੋਣਾ ਜ਼ਰੂਰੀ ਹੈਗਾ। ਜੀ ਡਾਕਟਰ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ। ਜਿਹੜੇ ਅੱਜ ਦਾ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਅਸਲ ਵਿੱਚ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜੇ ਸਾਡੇ ਕਿਸਾਨ ਨੇ ਉਹ ਕਾਹਲ ਦੇ ਵਿੱਚ ਅਗਲੀ ਫਸਲ ਦੀ ਬਿਜਾਈ ਦੇ ਲਈ ਕਈ ਵਾਰ ਆਪਦੀ ਜਿਹੜਾ ਫਸਲ ਦੀ ਰਹਿੰਦ ਖੂੰਹਦ ਹੈ ਜਿਹੜੀ ਉਹਨੂੰ ਅੱਗ ਲਾ ਦਿੰਦੇ ਨੇ। ਜਾਣੀ ਅਸੀਂ ਕਹਿੰਦੇ ਹਾਂ ਵੀ ਜੇ ਉਹ ਅੱਗ ਲਾਇਆ ਤੋਂ ਬਿਨਾਂ ਸਰਦਾ ਹੋਵੇ, ਵੀ ਇਹ ਇੱਕ ਫੈਕਟਰ ਕੰਮ ਕਰਦਾ ਹੈ ਜਾਂ ਨਹੀਂ? ਬਿਲਕੁਲ। ਦੇਖੋ, ਜਿੱਥੇ ਹੁਣ ਅਸੀਂ ਕਣਕ ਦੀ ਗੱਲ ਕਰੀਏ, ਕਣਕ ਤੇ ਝੋਨੇ ਦੇ ਵਿਚਾਲੇ ਤਾਂ ਟਾਈਮ ਹੁੰਦਾ ਹੈ ਜੀ। ਬਿਲਕੁਲ ਬਰਾੜ ਸਾਹਿਬ, ਇਹਨੂੰ ਕਣਕ ਤੇ ਝੋਨੇ ਦੇ ਵਿਚਾਲੇ ਜਿਹੜਾ ਟਾਈਮ ਹੈਗਾ, ਅਸੀਂ ਹਰੀ ਖਾਦ ਵੀ ਕਰ ਸਕਦੇ ਹਾਂ, ਅਸੀਂ ਪਰਾਲੀ ਪ੍ਰਬੰਧ ਵੀ ਕਰ ਸਕਦੇ ਹਾਂ। ਹੁਣ ਜਿੱਥੇ ਪਰਾਲੀ ਪ੍ਰਬੰਧ ਦੇ ਕਰਨ ਦੇ ਢੰਗ ਆਉਂਦੇ ਹੈ ਉੱਥੇ ਕੀ ਹੈਗਾ ਕਿ ਅਸੀਂ ਵੀ ਕਈ ਤਰੀਕੇ ਨਾਲ, ਕਿਉਂ ਪਰਾਲੀ ਤਾਂ ਹੁਣ ਕਣਕ ਦੇ ਹੁਣ ਜਦੋਂ ਅਸੀਂ ਹੈਗੀ ਉਦੋਂ ਬਾਅਦ ਝੋਨਾ ਲਾਉਣਾ ਹੈ, ਉਹਦੇ ਵਿੱਚ ਸਾਨੂੰ ਕੋਲ ਟਾਈਮ ਹੈਗਾ। ਬਿਲਕੁਲ ਜੀ। ਹੁਣ ਪਰਾਲੀ ਦਾ ਪ੍ਰਬੰਧ ਤਾਂ ਉਦੋਂ ਬਾਅਦ ਕਰ ਰਹੇ ਨਾ, ਮਤਲਬ ਝੋਨੇ ਤੋਂ ਬਾਅਦ ਜੀ। ਤਾਂ ਉੱਥੇ ਕੀ ਹੈਗਾ ਕਿ ਅਸੀਂ ਪ੍ਰਬੰਧ ਕਰਨ ਵਾਸਤੇ ਸਾਡੇ ਕੋਲੇ ਸਭ ਤੋਂ ਪਹਿਲਾਂ ਤਾਂ ਹੈਪੀ ਸੀਡਰ ਦੀ ਜਿਹੜੀ ਬਿਜਾਈ ਹੈਗੀ, ਐਤਕੀ ਕਿਸਾਨਾਂ ਦਾ ਵੀ ਹੁੰਗਾਰਾ ਹੈ ਵੀ ਹੈਪੀ ਸੀਡਰ ਨਾਲ ਜਿਹੜੀ ਬਿਜਾਈ ਕੀਤੀ ਹੈ ਅਸੀਂ ਕਣਕ ਦੀ, ਉਹਦੇ ਨਾਲ ਬਹੁਤ ਵਧੀਆ ਮਤਲਬ ਸਾਡਾ ਉਹ ਪ੍ਰਬੰਧ ਹੋਇਆ। ਇਹਨੂੰ ਇਨਸੀਟੂ ਆਪਾਂ ਮੈਨੇਜਮੈਂਟ ਕਹਿ ਦਿੰਦੇ ਹਾਂ, ਜਿਹਦੇ ਨਾਲ ਕੀ ਸਾਡੀ ਬਿਜਾਈ ਹੈ ਜਿਹੜੀ ਉਹ ਹੈਪੀ ਸੀਡਰ ਦੇ ਨਾਲ ਬਿਜਾਈ ਹੋਈ ਹੈ, ਜਿਹੜੀ ਕਿ ਇੱਕ PAU ਦਾ ਇਹ ਮਸ਼ੀਨ ਹੈਗੀ। ਤੇ ਇਹਨੂੰ ਇਹ ਅਡਾਪਸ਼ਨ ਮੇਰਾ ਖਿਆਲ ਕਿਸਾਨਾਂ ਦਾ ਬਹੁਤ ਭਰਮਾ ਹੁੰਗਾਰਾ ਮਿਲਿਆ ਵੀ ਜਿਹਦੇ ਅੰਦਰ ਬਹੁਤ ਵਧੀਆ ਹੋਇਆ। ਉਸ ਤੋਂ ਬਾਅਦ ਜੇਕਰ ਇੱਕ ਮੈਂ ਗੱਲ ਕਰਾਂ ਬਰਾੜ ਸਾਹਿਬ, ਮੈਂ ਸੰਗਰੀਆ ਮੰਡੀ ਹੈ, ਉੱਥੇ ਇੱਕ ਰਾਜ ਸੰਘ ਨਾਂ ਦਾ ਇੱਕ ਗਰੁੱਪ ਹੈ FPO, ਮੈਂ ਉੱਥੇ ਬੈਠਾ,
ਮੈਂ ਵੀ ਉਹਦਾ ਮੈਂਬਰ ਹਾਂਗਾ। ਜੀ। ਉਹ ਗੱਲ ਕਰਨ ਲੱਗੇ ਤਾਂ ਕਰਦੇ ਕਰਦੇ ਮੈਂ ਕਿਹਾ ਯਾਰ ਬੜਾ ਬੁਰਾ ਹਾਲ ਹੈ, ਪਾਣੀ ਦਾ ਤਾਂ ਹੈ ਹੀ ਨਹੀਂ ਬਿਲਕੁਲ, ਤੇ ਵੀ ਇਹਦਾ ਕੀ ਕੀਤਾ ਜਾਵੇ। ਤਾਂ ਮੈਨੂੰ ਉੱਥੋਂ ਦੇ ਬੜੇ ਉੱਘੇ ਕਿਸਾਨ ਹੈਗੇ ਪ੍ਰਦੀਪ ਸਿੰਘ ਸਿੱਧੂ ਹੈ, ਜਿਹੜੇ ਕਿ ਉਹ ਗਰੁੱਪ ਨੂੰ ਵੀ ਬੜਾ ਵਧੀਆ ਤਰੀਕੇ ਨਾਲ ਚਲਾ ਰਹੇ ਹੈ। ਤਾਂ ਮੀਟਿੰਗ 'ਚ ਹੀ ਮੈਨੂੰ ਕਹਿੰਦਾ ਭਾਈ ਸਾਹਿਬ ਨਹੀਂ, ਪਾਣੀ ਦੀ ਤਾਂ ਕੋਈ ਐਸੀ ਗੱਲ ਨਹੀਂ, ਤੁਸੀਂ ਐਂ ਕਰੋ ਆ ਜਿਹੜਾ ਆਪਣਾ ਇਹਦਾ ਸਰੋਂ ਦਾ ਹੈਗਾ ਪਿੱਛੋਂ ਆਪਾਂ ਟਾਂਗਰ ਜਾਏ ਜਾਂ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹ ਕਹਿੰਦਾ ਵੀ ਤੁਸੀਂ 2-2 ਬੱਠਲ ਪਾਓ ਆ, ਤਾਂ ਤੁਸੀਂ ਦੇਖੋ ਬੂਟੇ ਨੇ ਤਾਂ ਪਾਣੀ ਮੰਗਣਾ ਨਹੀਂਗਾ ਜੀ। ਤਾਂ ਮੇਰੇ ਗੱਲ ਬੜੀ ਜੱਚੀ। ਮੈਂ ਉਹਨੂੰ ਜੋ ਪਾਉਣ ਤੋਂ ਬਾਅਦ ਤੇ ਉਹ ਮੈਂ ਦੇਖਿਆ ਤਾਂ ਉਹ ਬਿਲਕੁਲ ਬੂਟਿਆਂ ਦਾ ਚੈਨ ਚੱਕਰ ਹੀ ਵੱਖਰਾ ਹੈ। ਇਵੇਂ ਜਿਵੇਂ ਅਸੀਂ ਪਰਾਲੀ ਦੇ ਜਿਹੜੇ ਹੈਗੇ ਬਹੁਤ ਸਾਰੇ ਸਾਧਨ ਹੈ, ਜੇਕਰ ਹੁਣ ਆਪਾਂ ਕਹੀਏ ਵੀ ਵੱਡੀਆਂ ਸਾਡੇ ਕੋਲ ਜੋਤਾਂ ਵੀ ਨਹੀਂ ਗੀਆਂ ਜੀ, ਹੁਣ ਉਹ ਪਰਾਲੀ ਦੇ ਪ੍ਰਬੰਧ ਵਾਸਤੇ ਅਸੀਂ ਉਹਨੂੰ ਪਰਾਲੀ ਚਾਰ ਬਣਾ ਸਕਦੇ ਹਾਂ ਜੀ, ਅਸੀਂ ਉਹਨੂੰ ਇਨਕਾਰਪੋਰੇਟ ਕਿਸੇ ਹਿਸਾਬ ਨਾਲ ਕਰ ਸਕਦੇ ਹਾਂ। ਅਸੀਂ ਉਸ ਦਾ ਤੇ ਹੁਣ ਜਿਵੇਂ ਮੰਨ ਲਿਆ ਵੀ ਫਾਸਫੋ ਕੰਪੋਸਟ ਹੈ ਇੱਕ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਇੱਕ ਰਿਕਮੈਂਡਡ ਪ੍ਰੈਕਟਿਸ ਨੇ। ਮਤਲਬ ਇਹ ਕੀ ਹੈ ਵੀ ਜ਼ਿਮੀਂਦਾਰ ਵੀ ਕਈ ਥਾਂ ਤੇ, ਮੈਂ ਨਹੀਂ ਕਹਿੰਦਾ ਦੇਖੋ ਟਾਈਮ ਘੱਟ ਹੁੰਦਾ ਹੈ, ਸਾਧਨ ਦੀ ਕਮੀ ਹੈ, ਹਰ ਗੱਲਾਂ ਹੈਗੀਆਂ ਜੀ, ਪਰ ਲੇਕਿਨ ਅਸੀਂ ਆਪਦਾ ਕਿਵੇਂ ਮੈਨੇਜਮੈਂਟ ਕਰ ਰਹੇ ਇਹਦੇ ਬਾਰੇ ਸਾਨੂੰ ਸੋਚਣਾ ਪੈਣਾ ਹੈ। ਹੁਣ ਪਰਾਲੀ ਜਿਹੜੀ ਕਿੱਲੇ ਦੀ ਹੈਗੀ ਉਸ ਦਾ ਵੀ ਅਸੀਂ ਜੇਕਰ ਕਿੱਲਾ ਜ਼ਮੀਨ ਹੈ, 2 ਕਿੱਲੇ ਜ਼ਮੀਨ ਹੈ, 4 ਕਿੱਲੇ ਹੈ, ਤਾਂ ਇਹ ਸਾਨੂੰ ਥੋੜ੍ਹਾ ਜਿਹਾ ਹੱਥੀਂ ਕਿਰਤ ਮਤਲਬ ਕਰਨੀ ਪੈਣੀ ਹੈ ਵੀ ਉਹਨੂੰ ਕਿਸੇ ਤਰੀਕੇ ਨਾਲ ਬੜੀ ਮਿਹਨਤ ਕਰਨੀ ਪੈਣੀ। ਹੁਣ ਇਹ ਬਰਾੜ ਸਾਹਿਬ ਨੇ ਇਹੀ ਸਾਨੂੰ ਦੱਸਿਆ ਸੀਗਾ, ਇਹ ਕਹਿੰਦੇ ਆਦੇ ਵੀ ਤੁਸੀਂ ਕਿੱਧਰ ਕਰਦੇ ਹੋ, ਪੁਰਾਣੀ ਹੈਰੋਂ ਜ਼ਿਮੀਂਦਾਰਾਂ ਦੇ ਧਿਆਨ ਹੋਊਗੀ। ਇਹ ਬਰਾੜ ਸਾਹਿਬ ਤੁਸੀਂ ਦੱਸਿਆ ਤੁਹਾਡੇ ਪਿੰਡਾਂ ਦਾ, ਕਹਿੰਦਾ ਇੱਧਰ ਆ ਕੇ ਦੇਖੋ ਜੀ, ਕਹਿੰਦਾ ਕਿਵੇਂ ਵੀ ਆ ਪਰਾਲੀ ਨੂੰ ਐ ਇਕੱਠੀ ਕਰ ਰਹੇ, ਤੇ ਉਹ ਸਾਧਨ ਬੜਾ ਸਸਤਾ ਸਾਧਨ ਹੈਗਾ। ਹੁਣ ਅਸੀਂ ਫਿਰ ਆ ਜਾਂਦੀ ਗੱਲ ਵੀ ਨਹੀਂ ਜੀ ਥਾਂ ਕਿੱਥੇ ਹੈ ਜੀ। ਥਾਂ ਮੋਟਰਾਂ ਦੇ ਕਿਨਾਰੇ ਤੇ, ਮੋਟਰਾਂ ਤਕਰੀਬਨ ਕਿਸਾਨਾਂ ਦੇ ਲੱਗੀਆਂ, ਮੋਟਰ ਦੇ ਉੱਤੇ ਇੰਨਾ ਕੁ ਥਾਂ ਹੁੰਦਾ ਵੀ ਉਹ ਆਪਦਾ ਥੋੜੀ ਬਹੁਤ ਪਰਾਲੀ ਹੈ ਜਿਹੜੀ ਉਹਦਾ ਪ੍ਰਬੰਧ ਕਰ ਸਕਦਾ ਤੇ ਆ ਜਿਹੜੇ ਦੂਜੇ ਤਰੀਕੇ ਹੈਗੇ ਉਹਨਾਂ ਨੂੰ ਅਪਣਾ ਸਕਦਾ ਹੈ। ਤੇ ਇਹ ਬਰਾੜ ਸਾਹਿਬ ਤੁਹਾਡੇ ਯਾਦ ਹੋਵੇ ਤੁਸੀਂ ਦਿਖਾਇਆ ਸੀਗਾ, ਤੇ ਮੇਰਾ ਖਿਆਲ ਵੀ ਹੁਣ ਆਪਾਂ ਸਾਧਨ ਦੇਖੋ ਜ਼ਰੂਰੀ ਨਹੀਂਗਾ ਵੀ ਹਰ ਗੱਲ ਦੇ ਵੱਡੇ ਵੱਡੇ ਸਾਧਨ ਹੀ ਹੋਣ, ਕੋਈ ਜਿਹੇ ਜਿਹੇ ਸਾਡੇ ਕੋਲ ਰਿਸੋਰਸਸ ਹੈ ਉਹਨਾਂ ਦਾ ਕਿਵੇਂ ਯੂਟਿਲਾਈਜ਼ ਕਰ ਸਕਦੇ ਹਾਂ ਵੀ ਅਸੀਂ ਆਪਣੇ ਸਾਧਨਾਂ ਦੀ ਕਿਵੇਂ ਵਰਤੋਂ ਕਰ ਸਕਦੇ ਹਾਂ, ਮਤਲਬ ਸੀਮਤ ਸਾਧਨਾਂ ਨਾਲ ਅਸੀਂ ਕਿਵੇਂ ਕਰ ਸਕਦੇ ਹਾਂ। ਜਗਤਾਰ ਜੀ, ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਵੀ ਜਿਵੇਂ ਬਰਾੜ ਸਾਹਿਬ ਹੋਰਾਂ ਨੇ ਕਿਹਾ ਵੀ ਕਈ ਵਾਰ ਕੀ ਹੁੰਦਾ ਹੈ ਕਿ ਇਸ ਮੌਕੇ 'ਤੇ ਪਰਾਲੀ ਦਾ ਪ੍ਰਬੰਧ ਕਰਨਾ, ਖਾਸ ਕਰਕੇ ਕਣਕ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ, ਪਰ ਫਿਰ ਵੀ ਤੁਸੀਂ ਰਾਹ ਖੜੇ ਜਦੋਂ ਲੰਘਦੇ ਹਾਂ ਸਾਨੂੰ ਅੱਗਾਂ ਲੱਗਦੀਆਂ ਦਿਖਦੀਆਂ ਨੇ। ਤੁਸੀਂ ਉਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ ਵੀ ਉੱਥੇ ਕਿੱਥੇ ਕੋਈ ਕਮੀ ਰਹਿ ਗਈ ਆ, ਅਜੇ ਵੀ ਕਿਤੇ ਕਮੀ ਰਹਿ ਗਈ ਆ, ਜਾਂ ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਸਾਉਣੀ ਦੀ ਜਿਹੜੀ ਦੂਜੀ ਮੁੱਖ ਫਸਲ ਇੱਥੇ ਅਸੀਂ ਨਰਮੇ ਦੇ ਵਜੋਂ ਬੀਜ ਰਹੇ ਹਾਂ, ਕੀ ਇਹਦੋਂ ਤੇਜ਼ੀ ਨਾਲ ਬੀਜਣਾ ਉਹਦਾ ਇੱਕ ਕਾਰਨ ਮੰਨਿਆ ਜਾ ਸਕਦਾ ਹੈ, ਜਾਂ ਇਹਦੇ ਹੋਰ ਵੀ ਕੋਈ ਕਾਰਨ ਨਹੀਂ? ਦੇਖੋ ਜੀ, ਜਿਹੜੀ ਹੁਣ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਜਿਵੇਂ ਜੀ, ਜਾਂ ਤੁਸੀਂ ਸਵਾਲ ਪੁੱਛਿਆ ਸੀ ਵੀ ਨਰਮੇ ਵਾਸਤੇ ਵੀ ਸ਼ਾਇਦ ਸਮਾਂ ਘੱਟ ਹੁੰਦਾ ਹੈ, ਬਿਲਕੁਲ, ਪਰ ਮੈਂ ਜੋ ਸਾਡਾ ਤਜਰਬਾ ਹੈ ਜੀ, ਹੁਣ ਕਣਕ ਦੇ ਖੇਤਾਂ ਦੇ ਵਿੱਚ ਜੀ, ਮੈਂ ਕਹਿੰਦਾ ਵੀ ਅਸੀਂ ਵੀ ਉਹ ਕੰਮ ਕੀਤਾ ਹੋਇਆ, ਮੂੰਗੀ ਬੀਜੀ ਹੈ ਜਾਂ ਅਸੀਂ ਮੱਕੀ ਬੀਜੀ ਹੈ, ਅਸੀਂ ਉੱਥੇ ਬਿਲਕੁਲ ਅੱਗ ਨਹੀਂ ਲਾਈ ਜੀ। ਉੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਵੀ ਉਹ ਬੂਟਿਆਂ ਨੂੰ ਇਹਨਾਂ ਨੇ ਸਰੋਂ ਦੀ ਪਲੋਂ ਪਾਤੀ ਜੀ, ਤਾਂ ਉਹ ਪਲੋਂ ਪਾਉਣ ਨਾਲ ਕੀ ਸਾਡੀ ਮਲਚਿੰਗ ਹੋ ਗਈ, ਤੇ ਮਲਚਿੰਗ ਵੀ ਇੱਕ ਐਡੀ ਵਧੀਆ ਹੋਈ ਐਰੋਬਿਕ ਮਲਚਿੰਗ ਜਿਹਨੂੰ ਅਸੀਂ ਕਹਿ ਸਕਦੇ, ਜਿਹ 'ਚ ਆਕਸੀਜਨ ਹਵਾ ਕ੍ਰਾਸ ਕਰ ਰਹੀ ਹੈ। ਠੀਕ ਹੈ ਜੀ। ਤੇ ਉਹਦੇ ਥੱਲੇ ਜਿਹੜਾ ਸਾਡਾ ਬਾਇਓਫਲੋਰਾ ਉਹ ਵੀ ਜਿੰਦਾ ਰਹੂਗਾ। ਠੀਕ ਹੈ ਜੀ। ਤਾਂ ਮੈਂ ਤਾਂ ਇਹ ਰਾਏ ਦੇਵਾਂਗਾ ਵੀ ਜੇ ਕਿਸੇ ਕਿਸਾਨ ਨੇ ਨਰਮਾ ਬੀਜਣਾ ਹੈ ਤਾਂ ਉਹਨੂੰ ਬਿਲਕੁਲ ਅੱਗ ਨਹੀਂ ਲਾਉਣੀ ਚਾਹੀਦੀ। ਇਸ ਗੱਲ ਦੀ ਮੈਂ ਮਤਲਬ ਉਹਨਾਂ ਦਾ ਵਾਅਦਾ ਕਰਦਾ ਹੈ, ਦਾਅਵੇ ਨਾਲ ਕਹਿਣਾ ਹੈ ਕਿ ਉਸ ਜ਼ਮੀਨ ਦੇ ਵਿੱਚ ਜਿਹੜੇ ਸਾਡਾ ਨਰਮਾ ਗਰਮੀ ਨਾਲ ਬਲਣ ਲੱਗ ਜਾਂਦਾ ਹੈ ਉਹ ਨਹੀਂ ਬਲੂਗਾ। ਮਤਲਬ ਜਿਹੜਾ ਨਰਮਾ ਮੱਚਣ ਦੀ ਸਮੱਸਿਆ ਉਹ ਰੁਕ ਜਾਂਦੀ ਹੈ। ਕਣਕ ਦਾ ਰਹਿੰਦ ਖੂੰਹਦ ਹੈ ਨਾ ਜੀ, ਉਹ ਨਮੀ ਨੂੰ ਆਪਦੇ ਵਿੱਚ ਪਕੜ ਕੇ ਰੱਖੂਗਾ ਜੀ। ਤਾਂ ਜੋ ਸਾਡੀ ਹੈ ਆਪਣੇ ਝੋਨੇ ਦੀ ਪਰਾਲੀ ਵੇਲੇ ਦੀ ਗੱਲ ਹੈਗੀ ਜੀ, ਤਾਂ ਉਸ ਨੂੰ ਉਦੋਂ ਦੇਖੋ ਸਾਡੇ ਕੋਲ ਸਮਾਂ ਹੁੰਦਾ ਹੈ। ਕਣਕ ਬੀਜਣ ਵਾਸਤੇ ਹੈਪੀ ਸੀਡਰ ਦੀ ਬਹੁਤ ਜ਼ਿਆਦਾ ਇਹਨੂੰ ਕਿਸਾਨਾਂ ਨੇ ਅਪਣਾ ਲਿਆ। ਬਾਕੀ ਉਦੋਂ ਬਾਅਦ ਸਾਡੇ ਕੋਲ ਸੁਪਰ ਸੀਡਰ ਆਇਆ। ਸੁਪਰ ਸੀਡਰ ਤੋਂ ਬਾਅਦ ਇੱਕ ਜਿਹੜੀ ਸਮਾਰਟ ਸੀਡਰ ਇਸ ਵਾਰ ਯੂਨੀਵਰਸਿਟੀ ਨੇ ਮਸ਼ੀਨ ਤਿਆਰ ਕੀਤੀ ਹੈ, ਮੇਰਾ ਖਿਆਲ ਇਹ ਅਲਟੀਮੇਟ ਸੋਲੂਸ਼ਨ ਹੋਊਗਾ ਜੀ, ਕਿਉਂਕਿ ਉਹਦੇ ਵਿੱਚ ਕਣਕ ਵੀ ਐਤਕੀ ਜਿਹੜੇ ਲੋਕਾਂ ਨੇ ਵਰਤੀ, ਕਿਉਂਕਿ ਮਸ਼ੀਨਾਂ ਬਹੁਤ ਘੱਟ ਸੀ, ਟ੍ਰਾਇਲ ਦੇ ਤੌਰ 'ਤੇ ਵਰਤੀਆਂ ਗਈਆਂ ਕਿਸਾਨਾਂ ਦੇ ਖੇਤਾਂ 'ਤੇ, ਤੇ ਉੱਥੇ ਕਣਕ ਦਾ ਝਾੜ ਵੀ ਇੱਕ ਗਰੁੱਪ ਬਣਿਆ ਹੋਇਆ ਯੂਨੀਵਰਸਿਟੀ ਦਾ ਬਕਾਇਦਾ, ਉਹ 'ਚ ਕਿਸਾਨ ਦੱਸ ਰਿਹਾ ਵੀ ਵਧੀਆ ਝਾੜ ਆਇਆ ਜੀ। ਤੇ ਮੈਂ ਤਾਂ ਇਹੀ ਕਹਿੰਦਾ ਵੀ ਰੈਜ਼ੀਡਿਊਲ ਹੈ ਜਿਹੜਾ ਸਾਡਾ ਰਹਿੰਦ ਖੂੰਹਦ ਹੈ ਜੀ, ਤਾਂ ਇਹਨੂੰ ਅੱਗੇ ਦੇਖੋ ਅਸੀਂ ਪਸ਼ੂਆਂ ਥੱਲੇ ਸਰਦੀਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸਰੋਂ ਦੀ ਜਿਹੜੀ ਹੁੰਦਾ ਰਹਿੰਦ ਖੂੰਹਦ ਜਿਹੜੀ ਉਹਦੀ ਪਲੋਂ ਕਹਿ ਦਿੰਦੇ ਸੀ ਪੰਜਾਬੀ ਦੇ ਵਿੱਚ, ਜਾਂ ਇਹਨਾਂ ਚੀਜ਼ਾਂ ਦੇ ਅਸੀਂ ਉਹਨੂੰ ਸੁੱਕ ਕਹਿ ਦਿੰਦੇ ਸੀ, ਸੁੱਕ ਦੇ ਰੂਪ ਦੇ ਵਿੱਚ ਅਸੀਂ ਉਹਦੇ ਨਾਲ ਦੇਖੋ ਰੂੜੀ ਦੇ ਜਾ ਕੇ ਸਾਡੀ ਜਿਹੜੀ ਰੂੜੀ ਦੀ ਖਾਦ ਵੱਧ ਜਾਂਦੀ ਸੀ। ਤੇ ਬਾਕੀ ਸਾਇੰਸਦਾਨ ਦੱਸਦੇ ਹੈ ਕਿ ਸਿੱਧ ਹੋ ਚੁੱਕਿਆ ਵੀ ਉਹਦੇ ਵਿੱਚ ਜਿਹੜੀਆਂ ਅਸੀਂ ਖਾਦਾਂ ਖੁਰਾਕਾਂ ਦਿੰਦੇ ਹਾਂ ਫਸਲਾਂ ਨੂੰ, ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਸਾਡੀ ਉਹ ਰਹਿੰਦ ਖੂੰਹਦ ਦੇ ਵਿੱਚ ਹੀ ਰਹਿ ਜਾਂਦਾ ਹੈ।
ਠੀਕ ਹੈ ਜੀ। ਤਾਂ ਇਹਦੇ ਨਾਲ ਮੈਂ ਤਾਂ ਡਾਕਟਰ ਸਾਹਿਬ ਦੇ ਸ਼ਾਇਦ ਯਾਦ ਹੋਣਾ ਵੀ ਨਰਮੇ ਦੀ ਅਸੀਂ ਬੈੱਡ ਦੇ ਉੱਤੇ ਜਦੋਂ ਇਹ KVK 'ਚ ਹੁੰਦੇ ਸੀ ਜੀ ਤਾਂ ਇਹ ਅਪਣਾਇਆ ਇਸ ਨੂੰ। ਅਤੇ ਉਹਦੇ ਵਿੱਚ ਇੱਕ ਇਹ ਵੀ ਇਹਨਾਂ ਨੇ ਫਿਰ ਟੈਕਨੀਕ ਕੀਤੀ ਵੀ ਉਹ ਕਣਕ ਦੇ ਜਿਹੜਾ ਨਾੜ ਨੂੰ ਅੱਗ ਨਹੀਂ ਲਾਉਣੀ, ਉੱਦਾਂ ਹੀ ਵਿੱਚ ਉਹਦੇ ਇੱਕ ਹਲ ਤਿਆਰ ਕੀਤਾ, ਉਹਦੇ ਨਾਲ ਬੀਜ ਕੇ ਉਸ ਤਰ੍ਹਾਂ ਕਰਕੇ ਉਹ ਬਹੁਤ ਵਧੀਆ KVK ਦੇ ਵਿੱਚ ਉਹ ਟਰਾਇਲ ਵੀ ਲਾਏ ਗਏ ਸੀ, ਬੜਾ ਕਾਮਯਾਬ ਹੈ। ਠੀਕ ਹੈ ਜੀ। ਹਾਂਜੀ ਡਾਕਟਰ ਸਾਹਿਬ, ਤੁਹਾਡੇ ਤੋਂ ਮੈਂ ਸਵਾਲ ਇਹ ਜਾਣਨਾ ਚਾਹੁੰਦਾ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਟਰਾਇਲ KVK ਦੇ ਵਿੱਚ ਲਾਏ ਜਾਂਦੇ ਸੀਗੇ, ਇਸ ਗੱਲ ਤੋਂ ਮੇਰੇ ਇੱਕ ਗੱਲ ਯਾਦ ਆਉਂਦੀ ਹੈ ਕਿ ਜੇ ਸਾਡੇ ਕਿਸਾਨ ਭਰਾਵਾਂ ਨੂੰ ਅਸੀਂ KVK ਦੇ ਉੱਤੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲਿਜਾ ਕੇ ਇਹੋ ਜਿਹੇ ਪ੍ਰੋਜੈਕਟ ਲਾ ਕੇ ਦਿਖਾਵਾਂਗੇ ਤੇ ਮੇਰੇ ਖਿਆਲ 'ਚ ਇਹ ਜਿਹੜਾ ਨਾੜ ਸਾੜਨ ਦਾ ਜਿਹੜਾ ਕੰਮ ਹੈ ਇਹ ਘਟੂਗਾ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਬਿਲਕੁਲ, ਦੇਖੋ ਕਿਸਾਨ ਕਾਫੀ ਹੱਦ ਤੱਕ ਮਤਲਬ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜੇ ਨੇ। ਠੀਕ ਹੈ ਜੀ। ਹੁਣ ਜਿਵੇਂ ਆਪਾਂ ਗੱਲ ਕਰੀਏ, ਜਿਵੇਂ ਪਰਾਲੀ ਦੀ ਗੱਲ ਕਰੀਏ ਤਾਂ ਪਰਾਲੀ ਚਾਰ ਵਾਸਤੇ ਜੀ ਇੱਕ KVK ਦੇ ਵੀ ਪਿਛਲੇ ਪਾਸੇ ਇੱਕ ਸਾਡੇ ਕੋਲ ਪਰਾਲੀ ਚਾਰ ਦਾ ਇੱਕ ਬਣਿਆ ਹੋਇਆ ਮਾਡਲ ਹੈਗਾ ਜੀ। ਉਹਦੇ ਅੰਦਰ ਉਹਦੀ 14 ਫੁੱਟ ਲੰਬਾਈ ਹੈਗੀ, ਜਿਹੜਾ ਕਿ 10 ਫੁੱਟ ਦੇ ਘੇਰੇ ਦੇ ਅੰਦਰ ਉਹ ਹੈ ਜੀ। ਉਹ 'ਚ 16 ਕੁਇੰਟਲ ਪਰਾਲੀ ਪੈ ਜਾਂਦੀ ਹੈ ਜੀ। ਉਹ ਪੈਣ ਤੋਂ ਬਾਵਜੂਦ ਕੀ ਹੈਗਾ ਕਿ ਤੁਸੀਂ ਉਹਨੂੰ ਇਸ ਤਰੀਕੇ ਨਾਲ ਮਤਲਬ ਲੱਤੜ ਕੇ ਜਾਂ ਹੋਰ ਭਰ ਕੇ ਮਤਲਬ ਕਰ ਲੈਣਾ ਵੀ ਜਿਹੜਾ ਜਿਵੇਂ ਬਰਾੜ ਸਾਹਿਬ ਨੇ ਐਰੋਬਿਕ ਕੰਡੀਸ਼ਨ ਦੀ ਗੱਲ ਕੀਤੀ, ਇਹ ਅਨਐਰੋਬਿਕ ਕੰਡੀਸ਼ਨ ਦੇ ਅੰਦਰ। ਠੀਕ ਹੈ ਜੀ। ਅਤੇ ਉੱਥੋਂ ਕੀ ਹੈਗਾ ਕਿ ਬੜੀ ਹੀ ਘੱਟ ਮਤਲਬ ਉਹਨੂੰ ਥੋੜ੍ਹਾ ਤਾਂ ਅਸੀਂ ਕਹਿ ਸਕਦੇ ਹਾਂ ਵੀ ਆਕਸੀਜਨ ਜਿਹਦੇ ਅੰਦਰ ਪੂਰਾ ਭਰਨ ਤੋਂ ਬਾਅਦ ਉੱਤੇ ਟੱਕ ਲੱਗ ਜਾਂਦਾ ਹੈ, ਉਹਦੇ ਅੰਦਰ ਉੱਪਰਲੀ ਸਾਈਡ 'ਚ ਛੋਟੇ ਛੋਟੇ ਹੋਲ ਹੈ। ਇਹ ਕਿਸਾਨ ਭਰਾਵਾਂ ਨੂੰ ਇੱਕ ਤਰ੍ਹਾਂ ਦਾ ਖੁੱਲ੍ਹਾ ਸੱਦਾ ਵੀ ਜਦੋਂ ਵੀ ਉਹ KVK ਦੇ ਪਿਛਲੇ ਪਾਸੇ ਇਹ ਬਣਿਆ ਹੋਇਆ ਨਾਲ ਹੀ ਬਿਲਡਿੰਗ ਦੇ, ਉਹਨੂੰ ਆ ਕੇ ਦੇਖ ਸਕਦੇ ਆ। ਉੱਤੇ ਛੋਟੇ ਜਿਹੇ ਜਿਵੇਂ ਆਪਾਂ ਡਿੱਲ ਨਹੀਂ ਫਸਾਉਂਦੇ ਹੁੰਦੇ, ਇਸ ਤਰ੍ਹਾਂ ਛੋਟੇ ਛੋਟੇ ਹੋਲ ਹੈਗੇ। ਫਿਰ ਕੁਛ ਦੂਰੀ ਤੋਂ ਬਾਅਦ ਫਿਰ ਥੱਲੇ ਮਤਲਬ 5-6 ਫਿਰ ਹੋਲ ਨੇ, ਉਸ ਤੋਂ ਬਾਅਦ ਫਿਰ ਥੱਲੇ ਹੋਲ ਨੇ। ਜਦੋਂ ਪੂਰਾ ਭਰ ਜਾਂਦਾ ਹੈ, ਸਾਰੇ ਛੋਟੇ ਛੋਟੀਆਂ ਮੋਰੀਆਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਅਤੇ ਉਹ ਸਿਰਫ ਗਾਰੇ ਅਤੇ ਇੱਟਾਂ ਦੇ ਅੰਦਰ ਚਿਣਾਈ ਕੀਤੀ ਹੋਈ ਹੈ। ਉਹ ਕਰਨ ਤੋਂ ਬਾਅਦ ਕੀ ਹੈ, ਜਦੋਂ ਪਰਾਲੀ ਭਰੀ ਗਈ ਤਾਂ ਉੱਪਰੋਂ ਢੱਕ ਨਾਲ ਉਹਨੂੰ ਅੱਗ ਲਾ ਦਿੱਤੀ ਜਾਂਦੀ ਹੈ। ਤਾਂ ਉੱਤੋਂ ਢੱਕ ਇਸ ਤਰ੍ਹਾਂ ਲਾ ਦਿੱਤਾ ਜਾਂਦਾ, ਉਹ ਹੌਲੀ ਹੌਲੀ ਜਿਵੇਂ ਬਿਲਕੁਲ ਸੁਲਗਦੀ ਹੈ। ਇੱਕ ਤਾਂ ਉਹਦੀ ਅੱਗ ਲੱਗਣੀ, ਠੀਕ ਹੈ ਜੀ, ਇੱਕ ਸੁਲਗ ਕੇ ਮਤਲਬ ਕੋਇਲਾ ਬਣਨਾ, ਜਿਵੇਂ ਤੁਸੀਂ ਕੋਲਾ ਬਣਦਾ ਦੇਖਿਆ ਹੋਇਆ, ਮਤਲਬ ਉਸ ਤਰੀਕੇ ਨਾਲ ਇਹ ਇੱਕ ਤਰ੍ਹਾਂ ਦਾ ਪਰਾਲੀ ਦਾ ਕੋਲਾ ਤਿਆਰ ਹੋ ਜਾਂਦਾ ਹੈ। ਠੀਕ ਹੈ। ਉਹ ਜਦੋਂ ਪਰਾਲੀ ਦਾ ਕੋਲਾ ਤਿਆਰ ਹੋ ਜਾਂਦਾ ਹੈ ਤਾਂ ਉਹਦੀ ਕੀ ਹੈ ਕਿ ਵਰਤੋਂ ਤੁਸੀਂ ਨਿਊਟ੍ਰੀਐਂਟ ਪੱਖੋਂ ਇਹ ਹੁਣ ਕਈ ਵਾਰੀ ਹੁੰਦਾ ਵੀ ਟਾਈਮ ਕਿਵੇਂ ਲੱਗ ਜਾਂਦਾ ਹੈ। ਕਿਉਂ ਮੇਰੇ ਕੋਲ ਹੀ ਇਹ ਸਵਾਲ ਬਰਾੜ ਸਾਹਿਬ ਜੀ ਕਿਸਾਨ ਨੇ, ਹੁਣ ਮੇਰੀ ਯਾਦ ਨਹੀਂ ਆਉਂਦਾ, ਉਹ ਕੀਤਾ, ਕਹਿੰਦਾ ਜੀ ਤਾਂ ਟਾਈਮ ਬੜਾ ਲੱਗੂਗਾ। ਟਾਈਮ ਸਿਰਫ 2 ਦਿਨ ਲੱਗਦੇ ਹੈ। ਹੁਣ ਸਾਨੂੰ ਕੋਈ ਐਡੀ ਕੀ ਕਾਹਲੀ ਹੈ, ਮਤਲਬ ਵੀ ਉੱਤੇ ਲੱਗ ਕਰਕੇ ਹੌਲੀ ਹੌਲੀ ਉਹ ਸੁਲਗੀ ਜਾਂਦਾ ਹੈ। ਕਰਦੇ ਕਰਦੇ ਜਦੋਂ ਉੱਪਰਲੀ ਸਾਈਡ ਤੋਂ ਨੀਲੀ ਲੋ ਆਉਣ ਲੱਗ ਜਾਂਦੀ ਹੈ, ਸਮਝੋ ਵੀ ਉੱਥੇ ਕੋਇਲਾ ਬਣ ਗਿਆ। ਫਿਰ ਉੱਪਰਲਾ ਹਿੱਸਾ ਜਿਹੜੇ 2 ਮੋਰੀਆਂ ਉਹ ਬੰਦ ਕਰ ਦਿੱਤੀਆਂ ਜਾਂਦੀਆਂ। ਫਿਰ ਥੱਲੇ ਵਾਲੀਆਂ ਮੋਰੀਆਂ 'ਚ ਉਵੇਂ ਜਿਵੇਂ ਥੋੜ੍ਹਾ ਬਹੁਤ ਜਦੋਂ ਅਸੀਂ ਕਿਤੇ ਨੀਲੀ ਲੋ ਨਿਕਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਦੋਂ ਸਮਝੋ ਵੀ ਥੱਲੇ ਵੀ ਪਰਾਲੀ ਬਣ ਗਈ ਹੈ। ਉੱਪਰ ਤੋਂ ਲੈ ਕੇ ਥੱਲੇ ਤੱਕ ਮਤਲਬ ਵੀ ਜਿਹੜਾ ਪਰਾਲੀ ਚਾਰ ਹੈ ਉਹ ਬਣਦਾ। ਇਹਨੂੰ ਇੱਕ ਤਰ੍ਹਾਂ ਦਾ ਸਾਦੀ ਭਾਸ਼ਾ 'ਚ ਆਪਾਂ ਕਹੀਏ ਵੀ ਕੋਲਾ ਤਿਆਰ ਹੋ ਗਿਆ। ਠੀਕ ਹੈ ਜੀ। ਉਹ ਹੁਣ ਕਰੋਲੇ ਦੇ ਅੰਦਰ ਕੀ ਕੀ ਤੱਤ ਨੇ ਮਤਲਬ ਜੀ, ਤਾਂ ਉੱਥੇ ਜੇਕਰ ਆਪਾਂ ਨਿਗਾਹ ਮਾਰੀਏ ਤਾਂ ਤੁਸੀਂ ਇਹ 'ਚ 30 ਤੋਂ 36% ਹੈ ਜਿਹੜਾ ਆਰਗੈਨਿਕ ਕਾਰਬਨ, ਉਹ ਜਿਹੜਾ ਕੋਲਾ ਤਿਆਰ ਹੋ ਜਾਂਦਾ। 0.5 ਤੋਂ ਲੈ ਕੇ 0.6% ਤੱਕ ਜਿਹੜੀ ਨਾਈਟ੍ਰੋਜਨ, ਜਿਹਨੂੰ ਆਪਾਂ ਯੂਰੀਆ ਕਹਿੰਦੇ ਆ, ਇਵੇਂ ਜਿਵੇਂ 0.5 ਤੋਂ ਲੈ ਕੇ ਤੁਸੀਂ ਇਹਦੀ 22% ਤੱਕ ਇਹ ਜਿਹੜੀ ਫਾਸਫੋਰਸ ਹੈਗੀ, ਅਤੇ ਉਸ ਤੋਂ ਬਾਅਦ 2.2% ਹੈ ਜਿਹੜੀ ਪੋਟਾਸ਼ ਵਗੈਰਾ ਹੈਗੀ। ਅਤੇ ਜਿਹੜੀ ਤੁਸੀਂ ਕਹੋ ਵੀ 2 ਟਨ ਮਤਲਬ 20 ਕੁਇੰਟਲ ਜੇ ਅਸੀਂ ਪਾਉਂਦੇ ਹਾਂ ਤਾਂ ਉਹਦੇ ਨਾਲ ਸਾਡੀ 35 ਕਿਲੋ ਯੂਰੀਆ ਦੇ ਕਰੀਬ ਹੈ ਜਿਹੜੀ ਕਿ ਉਹ ਬਚਦੀ ਹੈਗੀ। ਤਾਂ ਹੁਣ ਜੇਕਰ ਇਹਨੂੰ ਕਿਉਂ ਇਹ ਸਾਰਾ ਹੁਣ ਗੱਲ ਹੈ ਵੀ ਇਹਨੂੰ ਸਾਰਾ ਚੈੱਕ ਕਰਕੇ ਵੀ ਇਹ 'ਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਸਾਰੇ ਦੇ ਸਾਰੇ ਦੂਜੇ ਜਿਹੜੇ ਛੋਟੇ ਤੱਤ ਹੈਗੇ ਜਿਹੜੇ ਕਿ ਕਈ ਵਾਰੀ ਟੇਸਟ ਨਹੀਂ ਹੁੰਦੇ, ਉਹ ਸਾਰੇ ਤੱਤ ਆ ਜਾਂਦੇ ਜੇਕਰ ਅਸੀਂ ਇਹਦੀ ਵਰਤੋਂ ਕਰਦੇ ਹਾਂ। ਤਾਂ ਹੌਲੀ ਹੌਲੀ ਦੇਖੋ, ਐ ਨਹੀਂ ਗੱਲ ਇਕੱਲੀ ਖਾਦ ਦੀ ਗੱਲ ਨਹੀਂ ਵੀ ਯੂਰੀਆ ਘਟ ਗਈ, ਆਹ ਘਟ ਗਿਆ, ਉਹ ਘਟ ਗਿਆ, ਠੀਕ ਹੈ ਨਾ। ਲੇਕਿਨ ਜਿਹੜਾ ਸੋਇਲ ਹੈਲਥ ਜਾਂ ਉਹਨੂੰ ਕਦੇ ਵੀ ਸੋਇਲ ਦੀ ਜਿਹੜੀ ਜ਼ਮੀਨ ਦੀ ਜਿਹੜੀ ਤਾਕਤ ਹੈਗੀ, ਜ਼ਮੀਨ ਦੀ ਸਿਹਤ ਹੈਗੀ, ਉਹ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਮਜ਼ਬੂਤ ਹੁੰਦੀ ਹੈ। ਜਦੋਂ ਆਪਾਂ ਆਮ ਤੌਰ ਤੇ ਗੱਲ ਕਰਦੇ ਹਾਂ ਫਲਾਨਾ ਬੰਦਾ ਬੜਾ ਜੁੱਸੇ ਦਾ ਤਗੜਾ ਹੈ, ਉਹਨੂੰ ਬਿਮਾਰੀ ਬੜੀ ਘੱਟ ਲੱਗਦੀ ਹੈ। ਆਮ ਕਿਸੇ ਨੇ ਛਿੱਕ, ਕਿਸੇ ਨੇ ਮਾਰੀ ਜ਼ੁਕਾਮ, ਕਿਸੇ ਹੋਰ ਨੂੰ ਲੱਗ ਜਾਂਦਾ ਹੈ। ਇੱਕ ਬੰਦੇ ਨੂੰ ਹੈ ਵੀ ਉਹ ਇਹੋ ਜਿਹੇ ਥਾਂ ਤੇ ਬੈਠਾ, ਉਹਨੂੰ ਹੁੰਦਾ ਹੀ ਕੁਛ ਨਹੀਂਗਾ। ਅਸੀਂ ਕਹਿੰਦੇ ਯਾਰ ਇਹਦਾ ਪੱਥਰ ਵਰਗਾ, ਇਹਨੂੰ ਕੱਖ ਨਹੀਂ ਹੁੰਦਾ। ਕਾਰਨ ਉਹਦਾ ਇਹ ਨਹੀਂਗਾ, ਉਹਦਾ ਜੁੱਸਾ ਤਗੜਾ ਹੈ। ਜ਼ਮੀਨ ਦਾ ਜੁੱਸਾ ਬਣਾਉਣ ਵਾਸਤੇ, ਜ਼ਮੀਨ ਦੀ ਭੌਤਿਕ ਸ਼ਕਤੀ ਬਣਾਉਣ ਵਾਸਤੇ ਸਾਨੂੰ ਆਰਗੈਨਿਕ ਕਾਰਬਨ ਇੱਕ ਤਰ੍ਹਾਂ ਦੀ ਜਿੰਦ ਜਾਨ ਹੈ।
ਠੀਕ ਹੈ ਜੀ। ਆਰਗੈਨਿਕ ਕਾਰਬਨ ਜੇਕਰ ਜਿਹਨੂੰ ਅਸੀਂ ਕਹਿੰਦੇ ਆ, ਜਿਹਨੂੰ ਜੈਵਿਕ ਸ਼ਕਤੀ ਕਹਿੰਦੇ ਆ, ਉਹ ਜੇਕਰ 0.4 ਤੋਂ ਉੱਪਰ ਹੈ ਜੀ, ਉਸ ਜ਼ਮੀਨ ਦੇ ਅੰਦਰ ਹਰ ਤਰ੍ਹਾਂ ਦੀ ਬਿਮਾਰੀ ਘੱਟ ਆਊਗੀ ਜੀ। ਕਿਉਂ ਗਰਮੀ ਬੜੀ ਪੈਂਦੀ ਹੈ, ਜਿਹਦੇ ਨਾਲ ਸਾਡਾ ਆਰਗੈਨਿਕ ਕਾਰਬਨ ਘੱਟ ਜਾਂਦਾ ਹੈ। ਇੱਕ ਵਾਰੀ ਨਹੀਂ ਮਤਲਬ ਵੀ ਆਪਾਂ ਚੈੱਕ ਕੀਤਾ 0.6 ਆ ਗਿਆ ਜੀ, ਖੁਸ਼ ਹੋ ਗਏ ਵੀ ਉਹ ਸਦਾ ਪਿਆ ਰਹੂਗਾ। ਕਿਉਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਕਹਿਰ ਦੀ ਗਰਮੀ ਪੈਂਦੀ ਹੈ, ਜਿਹਦੇ ਕਰਕੇ ਆਰਗੈਨਿਕ ਕਾਰਬਨ ਇਹ ਸਾਡਾ ਘਟਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ। ਸਾਨੂੰ ਉੱਥੇ ਲਗਾਤਾਰ ਉਹ ਜਿਵੇਂ ਕੁਦਰਤੀ ਸਥਾਈ ਤੇ ਟਿਕਾਊ ਜੇਕਰ ਖੇਤੀ ਅਸੀਂ ਕਰਨੀ ਹੈ, ਜੇ ਅਸੀਂ ਸੱਚਮੁੱਚ ਜੱਟ ਘਵਾਉਣਾ ਹੈ, ਤਾਂ ਮੈਨੂੰ ਇਹ ਲੱਗਦਾ ਹੈ ਕਿ ਜ਼ਮੀਨ ਦੀ ਸਿਹਤ ਦੇ ਵਾਸਤੇ ਬਰਾੜ ਸਾਹਿਬ ਸਭ ਤੋਂ ਪਹਿਲਾਂ, ਹੁਣ ਤੁਹਾਨੂੰ ਤਾਂ ਕੀ ਦੱਸੀਏ, ਕੋਈ ਬਰਾੜ ਸਾਹਿਬ ਤੋਂ ਤਾਂ ਅਸੀਂ ਆਪ ਸਿੱਖਦੇ ਹਾਂ। ਉਸੇ ਰਾਹ ਤੁਰਨਾ ਪਊ। ਕਈ ਵਾਰੀ ਮੈਨੂੰ ਐ ਲੱਗਦਾ ਵੀ ਇਹ ਬਰਾੜ ਸਾਹਿਬ ਨੂੰ ਤੁਸੀਂ ਅੱਜ ਗਲਤ ਬੁਲਾ ਲਿਆ, ਕਿਉਂ ਇਹ ਤਾਂ ਆਪ ਸਾਥੋਂ ਵੀ ਵੱਧ ਜਾਣਦੇ ਇਹ ਗੱਲ। ਬਿਲਕੁਲ ਬਿਲਕੁਲ। ਤੇ ਮੈਨੂੰ ਇਹ ਲੱਗਦਾ ਵੀ ਇਹਨਾਂ ਦੇ ਲੈਕਚਰ ਆਮ ਤੌਰ ਤੇ ਮਤਲਬ ਵੀ ਪਿੰਡਾਂ 'ਚ ਵੀ ਹੋਣੇ ਚਾਹੀਦੇ ਆ। ਨਹੀਂ ਜਿੰਦਾ ਸਾਹਿਬ ਅਸਲ ਵਿੱਚ ਸਾਡਾ ਇੱਥੇ ਬੁਲਾਉਣ ਦਾ ਮਕਸਦ ਇਹੀ ਸੀ ਵੀ ਇਹਨਾਂ ਦੇ ਤਜਰਬੇ ਤੋਂ ਸਾਡੇ ਕਿਸਾਨਾਂ ਨੂੰ ਕੁਛ ਨਾ ਕੁਛ ਪਤਾ ਲੱਗੇ। ਲਾਜ਼ਮੀ ਤੌਰ ਤੇ ਹੁੰਦਾ ਕਿ ਜੇ ਅਸੀਂ ਕਿਸੇ ਅਗਾਂਹ ਵਧੂ ਕਿਸਾਨ ਦੇ ਤਜਰਬੇ ਜੇ ਦੂਸਰੇ ਕਿਸਾਨਾਂ ਨਾਲ ਸਾਂਝੇ ਕਰਦੇ ਆ ਤਾਂ ਉਹਦੇ ਚੋਂ ਕੁਛ ਨਾ ਕੁਛ ਨਵੀਂ ਗੱਲ ਨਿਕਲ ਆਉਂਦੀ ਆ, ਤੇ ਬਹੁਤ ਸਾਰੇ ਕਿਸਾਨ ਜਿਹੜੇ ਆ ਉਸ ਗੱਲ ਤੋਂ ਪ੍ਰਭਾਵਿਤ ਵੀ ਹੁੰਦੇ ਆ। ਜਗਤਾਰ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਜਿਵੇਂ ਡਾ ਸਾਹਿਬ ਹੋਰਾਂ ਨੇ ਦੱਸਿਆ ਵੀ ਇਹ ਜਿਹੜਾ ਇੱਕ ਇਸ ਕਿਸਮ ਦੇ ਪ੍ਰੋਜੈਕਟ ਯੂਨੀਵਰਸਿਟੀ ਦੇ ਵਿੱਚ ਚੱਲਦੇ ਰਹਿੰਦੇ ਆ, ਜਿੱਥੋਂ ਤੱਕ ਮੈਨੂੰ ਲੱਗਦਾ ਵੀ ਉਹਨਾਂ ਪ੍ਰੋਜੈਕਟਾਂ ਨੂੰ ਵੇਖਣ ਵਾਸਤੇ ਬਹੁਤ ਥੋੜਾ ਕਿਸਾਨਾਂ ਦੀ ਗਿਣਤੀ ਜਿਹੜੀ ਆ ਇਹਨਾਂ ਕੋਲ ਪਹੁੰਚ ਰਹੀ ਆ। ਠੀਕ ਹੈ ਜੀ। ਕੀ ਇਹੋ ਜਿਹੇ ਪ੍ਰੋਜੈਕਟ ਜਿਹੜੇ ਆ ਉਹ ਪਿੰਡਾਂ 'ਚ ਲਾਏ ਜਾ ਸਕਦੇ ਆ, ਜਾਂ ਜਿਹੜੀ ਕਿਸਾਨਾਂ ਦੀ ਗਿਣਤੀ ਆ ਇਹਨਾਂ ਕੋਲ ਦੇਖਣ ਵਾਲਿਆਂ ਦੇ ਆਉਣ ਵਾਸਤੇ, ਕਿਉਂਕਿ ਜੇ ਉਹ ਦੇਖਣਗੇ ਤਾਂ ਹੀ ਇਸ ਗੱਲ ਵੱਲ ਨੂੰ ਵਧਣਗੇ ਉਹ, ਕੀ ਇਹ ਜਿਹੜੀਆਂ ਗੱਲਾਂ ਨੇ, ਦੋਵੇਂ ਗੱਲਾਂ, ਇਹਨਾਂ ਨੂੰ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਉਹਦੇ ਲਈ ਕੀ ਕਰਨ ਦੀ ਲੋੜ ਹੈ, ਕਿਹੋ ਜਿਹੇ ਉਪਰਾਲੇ ਕਰਨ ਦੀ ਲੋੜ ਆ? ਇਹ ਤਾਂ ਦੇਖੋ ਜੀ, ਜੋ ਇਹ ਸਾਡੀ ਯੂਨੀਵਰਸਿਟੀ ਦੇ ਸਾਇੰਸਦਾਨ ਨੇ, ਜਾਂ KVK ਹੈ, ਭਾਵੇਂ ਉਹ ਯੂਨੀਵਰਸਿਟੀ ਦੇ ਵਿੱਚ ਹੈ, ਉਹ ਇੱਕ ਖੋਜ ਕਰਦੇ ਆ, ਉਹ ਸਾਰੇ ਕਿਸਾਨ ਉੱਥੇ ਆ ਕੇ ਮੇਰਾ ਖਿਆਲ ਦੇਖਣਾ ਮੁਸ਼ਕਲ ਹੈ। ਪਰ ਇਹਦੇ ਵਿੱਚ ਸਾਡੇ ਕੋਲ 2 ਇੰਸਟੀਚਿਊਸ਼ਨ ਬੜੇ ਵਧੀਆ ਨੇ ਜੀ, ਜਿਹੜਾ ਕਿ ਕੱਲ੍ਹ ਨੂੰ ਹੀ ਉਹਦਾ ਦਿਨ ਵੀ ਮਨਾਇਆ ਜਾਣਾ ਹੈ, ਪੰਚਾਇਤੀ ਰਾਜ ਸਿਸਟਮ ਜੀ। ਸਾਡਾ ਪੰਚਾਇਤ ਤੇ ਕੋਆਪਰੇਟਿਵ ਸੁਸਾਇਟੀ ਬਹੁਤ ਵਧੀਆ ਇਹ ਕੰਮ ਕਰ ਸਕਦੇ ਹੈ ਜੀ। ਇਹਨਾਂ ਪਿੰਡਾਂ ਦੇ ਵਿੱਚ ਸਾਡੇ ਕੋਲ ਜ਼ਮੀਨਾਂ ਵੀ ਹੈਗੀਆਂ, ਪੰਚਾਇਤਾਂ ਕੋਲ ਸ਼ਾਮਲਾਟ ਜਾਂ ਹੋਰ ਇਸ ਤਰ੍ਹਾਂ ਦੇ ਹੈਗੇ ਸਰੋਤ ਜੀ, ਤਾਂ ਉਹ ਉੱਥੇ ਇਸ ਤਰ੍ਹਾਂ ਦੇ ਡੈਮੋ ਦਿੱਤੇ ਜਾ ਸਕਦੇ, ਪ੍ਰਦਰਸ਼ਨੀਆਂ ਉੱਥੇ ਦਿੱਤੀਆਂ ਜਾ ਸਕਦੀਆਂ। ਇੱਕ ਗੱਲ ਤਾਂ ਇਹ ਹੋ ਗਈ। ਹਾਂਜੀ। ਦੂਸਰੀ ਗੱਲ ਜਿਹੜੀ ਆਪਾਂ ਕਹਿੰਦੇ ਸੀ ਵੀ ਇੱਥੇ ਗਿਣਤੀ ਕਿਵੇਂ ਵਧੇ ਦੇਖਣ ਵਾਲਿਆਂ ਦੀ? ਨਹੀਂ, ਇੱਥੇ ਤਾਂ ਦੇਖੋ ਮੇਰਾ ਖਿਆਲ ਗਿਣਤੀ ਹਰ ਸਾਲ ਵੱਧ ਰਹੀ ਹੈ, ਹੌਲੀ ਹੌਲੀ, ਜਿਵੇਂ ਕਿਸਾਨਾਂ ਨੂੰ ਹੁਣ ਇਨਫੋਰਮੇਸ਼ਨ ਟੈਕਨੋਲੋਜੀ ਆ ਗਈ ਤੇ ਬਾਕੀ ਆ 2 ਸਾਲ ਜਿਹੜੇ ਸਾਡੇ ਕਰੋਨਾ ਕਰਕੇ ਸਾਡੇ ਵਿਰਚੁਅਲੀ ਮੇਲੇ ਲੱਗਦੇ ਰਹੇ ਹੈ, ਤੇ ਨਹੀਂ ਤਾਂ ਤੁਸੀਂ ਬਠਿੰਡੇ ਮੇਲੇ ਤੇ ਆਪਾਂ ਦੇਖ ਸਕਦੇ ਵੀ ਕਿਤੇ ਉੱਥੇ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ, ਇੰਨੇ ਲੋਕ ਆਉਂਦੇ ਆ। ਐਸੀ ਕੋਈ ਗੱਲ ਨਹੀਂ, ਕਿਸਾਨ ਬਹੁਤ ਆਉਂਦੇ ਆ ਯੂਨੀਵਰਸਿਟੀ ਦੇ ਮੇਲੇ ਦੇਖਣ ਜੀ। ਤੇ ਬਾਕੀ ਇਹ ਹੈ ਵੀ ਸਾਨੂੰ ਇੱਕ ਵਿਲ ਪਾਵਰ ਦੀ ਲੋੜ ਹੈ, ਇਹ ਇਕੱਲੇ ਕਿਸਾਨ ਦੇ ਪੱਖ 'ਤੇ ਨਹੀਂ ਜੀ, ਸਰਕਾਰ ਦੇ ਪੱਖ 'ਤੇ ਵੀ ਜੀ। ਵੀ ਜਿਸ ਤਰ੍ਹਾਂ ਆਪਾਂ ਜੇ ਪਿਛਲੀ ਗੱਲ ਕਰੀਏ, ਸਬਸਿਡੀਆਂ ਵੀ ਦਿੱਤੀਆਂ ਗਈਆਂ, ਪਰ ਜੋ ਪ੍ਰੈਕਟੀਕਲੀ ਮੈਂ ਪਿੰਡਾਂ ਦੇ ਵਿੱਚ ਦੇਖਦਾ ਵੀ ਸਬਸਿਡੀ ਦੇਖੋ ਟਾਰਗੇਟ 'ਤੇ ਤਾਂ ਗਈ ਜੀ, ਪਰ ਓਨੀ ਨਹੀਂ ਗਈ ਜਿੰਨੀ ਜਾਣੀ ਚਾਹੀਦੀ ਸੀ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ, ਅਸੀਂ ਆਲੂਆਂ ਦੀ ਖੇਤੀ ਕਰਨ ਵਾਲੇ ਬੰਦੇ ਆ ਜੀ, ਸਾਡੇ ਕੋਲੇ ਸਭ ਤੋਂ ਨੈਰੋ ਵਿੰਡੋ ਹੈ ਜੀ। ਨੈਰੋ ਵਿੰਡੋ ਕੀ ਮਾਈਨਸ ਵਿੰਡੋ ਹੁੰਦੀ ਹੈ ਵੀ ਅਸੀਂ ਆਲੂ ਬੀਜਣ ਦੇ ਕੁਝ ਦਿਨ ਲੰਘ ਚੁੱਕੇ ਹੁੰਦੇ ਆ ਜੀ, ਤਾਂ ਅਸੀਂ ਜਦੋਂ ਪਰਾਲੀ ਨੂੰ ਫੁੱਲੀ ਇਨਕਾਰਪੋਰੇਟ ਕਰਦੇ ਵਿੱਚ ਜੀ, ਕੋਈ ਸਾਡੇ ਕੋਲ ਹੋਰ ਆਪਸ਼ਨ ਨਹੀਂ ਸੈਕੰਡ, ਉਹ 'ਚ ਪਲਾਓ ਚਲਾਉਣੇ ਆ, ਮਲਚਰ ਚਲਾਉਣੇ, ਕਈ ਸੰਦ ਚਲਾਉਣੇ ਆ, ਠੀਕ ਹੈ ਜੀ। ਤਾਂ ਉਹਦੇ ਵਿੱਚ ਦੁਬਾਰਾ ਆਲੂ ਬੀਜਣ ਵਾਸਤੇ ਸਾਨੂੰ ਨਵੀਂ ਮਸ਼ੀਨਰੀ ਦੀ ਲੋੜ ਪਈ, ਜਿਹੜੀ ਕਿ ਬੜੀ ਮਹਿੰਗੀ ਸੀ। ਠੀਕ ਹੈ ਜੀ। ਜੇ ਪਲਾਂਟਰ ਦੀ ਗੱਲ ਕਰੀਏ, ਗਰੀਮਾ ਦੀ ਪਲਾਂਟਰ 10 ਲੱਖ ਦਾ ਜੀ, ਤਾਂ ਪਰ ਸਾਡੇ ਮਿਸਤਰੀ ਆ ਜਿਹੜੇ ਮਕੈਨਿਕ ਨੇ, ਤਾਂ ਉਹਨਾਂ ਨੇ ਇਹਨੂੰ ਇੱਕ ਜਿਵੇਂ ਆਪਾਂ ਕਹਿੰਦੇ ਵੀ ਦੇਸੀ ਜੁਗਾੜ ਕਰਕੇ ਉਹਨਾਂ ਨੇ ਤਿਆਰ ਕਰਕੇ ਸਾਨੂੰ 1.5-2 ਲੱਖ 'ਚ ਉਹ ਕਰਤੀਆਂ ਜੀ। ਪਰ ਜੇ ਆਪਾਂ ਹੁਣ CRM ਦੇ ਅਧੀਨ ਜੋ ਸਬਸਿਡੀਆਂ ਦਿੱਤੀਆਂ ਗਈਆਂ, ਇੱਕ ਮੈਂ ਕਹਿੰਦਾ ਅਸੀਂ ਭਾਵੇਂ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ, ਭਾਵੇਂ ਅਸੀਂ ਰਹਿੰਦ ਖੂੰਹਦ ਨੂੰ ਸਾਂਭਣ ਦੀ, ਵੀ ਜਿਹੜੇ ਡਿਵਰਸੀਫਿਕੇਸ਼ਨ ਅਪਣਾ ਰਹੇ ਕਿਸਾਨ ਜੀ, ਉਹਨਾਂ ਵਾਸਤੇ ਕੋਈ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਵੱਲੋਂ ਕੋਈ ਬਹੁਤਾ ਉਪਰਾਲਾ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ ਜੀ। ਸਭ ਤੋਂ ਵੱਧ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ ਕਣਕ ਝੋਨੇ ਲਾਉਣ ਵਾਲੇ ਕਿਸਾਨਾਂ ਦਾ, ਜਾਂ ਇੱਥੇ ਵੀ ਮੈਂ ਸਮਝਦਾ ਵੀ ਜਿਨ੍ਹਾਂ ਦੀਆਂ ਵੋਟਾਂ ਜ਼ਿਆਦਾ ਜਾਂ ਗਿਣਤੀ ਜ਼ਿਆਦਾ, ਕੁਛ ਵੀ ਲਾ ਲਓ, ਅਸੀਂ ਘੱਟ ਹਾਂ, 2% ਹੀ ਮਸਾਂ ਅਸੀਂ ਪੰਜਾਬ ਦੇ ਵਿੱਚ ਜੀ। ਤਾਂ ਉਹ ਇਸ ਤਰ੍ਹਾਂ ਦੀ ਗੱਲਾਂ ਕਰਨ ਦੀ ਲੋੜ ਹੈਗੀ, ਕੁਛ ਉਪਰਾਲੇ ਕਰਨ ਦੀ ਲੋੜ ਹੈਗੀ ਆ। ਡਾ ਸਾਹਿਬ, ਇੱਕ ਗੱਲ ਮੈਂ ਤੁਹਾਡੇ ਤੋਂ, ਤੁਹਾਨੂੰ ਕੀ ਲੱਗਦਾ ਵੀ ਜਿਹੜਾ ਅੱਜ ਤੱਕ ਇਹ ਨਾੜ ਦਾ ਸੁਚੱਜਾ ਪ੍ਰਬੰਧ ਅਸੀਂ ਨਹੀਂ ਕਰ ਸਕੇ, ਜਾਣੀ ਜਿਹੜਾ ਅੱਗਾਂ ਲਾਉਣਾ ਨਿਰੰਤਰ ਜਾਰੀ ਆ, ਇਹਦੇ ਪਿੱਛੇ ਕੀ ਕਾਰਨ ਕੰਮ ਕਰ? ਦੇਖੋ, ਜਵਾਬ ਤਾਂ ਬਰਾੜ ਸਾਹਿਬ ਨੇ ਦਿੱਤਾ ਜੀ। ਬਿੱਲ, ਪਹਿਲੀ ਗੱਲ ਬਿੱਲ ਪਾਵਰ ਜੀ। ਦੂਜੀ ਗੱਲ ਸਰਕਾਰਾਂ ਦੀ ਜਿਹੜੀ, ਉਹ ਵੀ ਗੱਲ ਨਿਸ਼ਚਿਤ ਹੈ ਵੀ ਜਿੱਥੇ ਸਬਸਿਡੀ ਤੇ ਜ਼ੋਰ ਦੇਣ ਦੀ ਲੋੜ ਹੈ, ਇਹਨਾਂ ਨੇ ਬੜੇ ਸਪਸ਼ਟ ਸ਼ਬਦਾਂ 'ਚ ਕਿਹਾ ਜੀ, ਜਿੱਥੇ ਸਬਸਿਡੀ ਤੇ ਜ਼ੋਰ ਦੇਣ ਦੀ ਲੋੜ ਹੈ, ਮਦਦ ਕਰਨ ਦੀ ਲੋੜ ਹੈ, ਉੱਥੇ ਮਦਦ ਨਹੀਂ ਹੋ ਪਾ ਰਹੀ ਉਨੀ ਜੀ।
ਤੇ ਇਸ ਕਰਕੇ ਇਹ ਦੋ ਕਾਰਨ ਤਾਂ ਇਸ ਤਰ੍ਹਾਂ ਦੇ ਹੁੰਦੇ ਆ ਜੀ। ਇੱਕ ਜੇ ਤੀਜਾ ਡਾਈਵਰਸੀਫਿਕੇਸ਼ਨ ਦੀ ਜਿਹੜੀ ਬਰਾੜ ਸਾਹਿਬ ਨੇ ਗੱਲ ਕੀਤੀ, ਬਹੁਤ ਸੋਹਣੀ ਗੱਲ ਹੈ ਜੀ। ਡਾਈਵਰਸੀਫਿਕੇਸ਼ਨ ਕਰਕੇ ਕਿਸਾਨ ਨੂੰ ਮੇਰਾ ਖਿਆਲ ਡਿਸਟ੍ਰਿਕਟ ਲੈਵਲ ਤੇ ਹੀ ਪ੍ਰਬੰਧ ਇਹੋ ਜਿਹੇ ਹੋਣੇ ਚਾਹੀਦੇ ਆ ਜੀ। ਵੀ ਇਸ ਜ਼ਿਮੀਂਦਾਰ ਦਾ ਭਿੰਡੀ ਤੇ ਟਿੰਡੀ ਤੇ ਹੋਰ ਤੇ ਵੀ ਇੰਨਾ ਖਰਚ ਆਉਂਦਾ ਹੈ। ਜੀ। ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੜੇ ਅੱਛੇ ਮਾਹਰ ਬੈਠੇ ਨੇ, ਉੱਥੇ ਕੱਢ ਸਕਦੇ ਨੇ। ਜੀ। ਉਹਦੇ ਬਾਵਜੂਦ ਖਰਚ ਆਉਣ ਤੇ ਬਾਵਜੂਦ ਨਿਸ਼ਚਿਤ ਹੋਵੇ ਵੀ ਇੰਨੇ ਤੋਂ ਘੱਟ ਨਹੀਂ ਵਿਕੂਗੀ ਇਸ ਮੰਡੀ 'ਚ। ਜੀ। ਮੇਰਾ ਖਿਆਲ ਡਿਸਟ੍ਰਿਕਟ ਲੈਵਲ ਤੇ ਉੱਤੇ ਡੀਸੀ ਹੀ ਕੰਟਰੋਲ ਕਰ ਸਕਦਾ ਜੀ। ਹੈ ਵੀ ਇਸ ਤੇ ਲੈਵਲ ਤੋਂ ਘੱਟ ਨਹੀਂ ਮਿਲੂਗੀ, ਕਿਸਾਨ ਨੂੰ ਇੰਨਾ ਪੈਸਾ ਮਿਲਣਾ ਹੀ ਚਾਹੀਦਾ ਹੈ। ਜੀ। ਉਹ 4 ਵਜੇ ਉੱਠ ਕੇ ਵੀ ਕਈ ਵਾਰੀ ਹੁੰਦਾ ਮਰਨ ਦੀ ਸਥਿਤੀ 'ਚ ਖੜਾ ਹੁੰਦਾ, ਯਾਰ ਵਿਕੂ ਕਿ ਨਾ ਵਿਕੂ, ਤੇ ਉੱਥੇ ਦੂਜਿਆਂ ਦੇ ਹੱਥ 'ਚ ਖੇਡ ਰਿਹਾ ਹੁੰਦਾ ਹੈ। ਤਾਂ ਬਰਾੜ ਸਾਹਿਬ ਮੈਂ ਬਿਲਕੁਲ ਇਸ ਗੱਲੋਂ ਸਹਿਮਤ ਹਾਂ ਵੀ ਡਾਈਵਰਸੀਫਿਕੇਸ਼ਨ ਦੀ ਗੱਲ ਆਉਂਦੀ ਹੈ, ਜਿੱਥੇ ਬਦਲਾਅ ਦੀ ਗੱਲ ਆਉਂਦੀ ਹੈ, ਸਾਨੂੰ ਖਰਚੇ ਨਿਸ਼ਚਿਤ ਕਰਕੇ ਇੰਨਾ ਕਿਸਾਨ ਨੂੰ ਬਚੇ, ਇੰਨਾ ਵੇਚਣ ਵਾਲੇ ਨੂੰ ਬਚੇ। ਜੇਕਰ ਉਹ ਸ਼ਾਮ ਨੂੰ ਫੇਰ ਸਮਾਨ ਬਚਦਾ ਤਾਂ ਉਹਦੀ ਦੁਬਾਰਾ ਬੋਲੀ ਹੋਵੇ, ਚਾਹੇ ਮਨ ਗਊਸ਼ਾਲਾ ਨੂੰ ਜਿੱਥੇ ਕਾਊ ਸੈਸ, ਇਹ ਸੈਸ, ਉਹ ਸੈਸ ਬਿਜਲੀ ਦੇ ਬਿੱਲਾਂ 'ਚ ਵੀ ਲੱਗਦਾ ਹੈ, ਉਹਨਾਂ ਨੂੰ ਵੀ ਸਬਜ਼ੀਆਂ ਖਵਾਈਆਂ ਜਾਣ, ਚੰਗਾ ਦੁੱਧ ਦਾ ਉਤਪਾਦਨ ਹੋਵੇ, ਤਾਂ ਇਹੋ ਜਿਹੇ ਕੰਮ ਹੋ ਸਕਦੇ ਆ। ਬਿਲਕੁਲ ਹੋ ਸਕਦਾ ਜੀ, ਬਿਲਕੁਲ। ਜਗਤਾਰ ਜੀ, ਤੁਸੀਂ ਇਹਦੇ ਬਾਰੇ 'ਚ, ਇਸੇ ਸਵਾਲ ਦੇ ਬਾਰੇ 'ਚ ਕੀ ਕਹੋਗੇ ਵੀ ਗੈਪ ਕਿੱਥੇ ਆ? ਨਹੀਂ, ਗੈਪ ਤਾਂ ਬਸ ਇਹੀ ਹੈ ਵੀ ਸਾਡੀ ਜਿਹੜੀ ਇੰਪਲੀਮੈਂਟੇਸ਼ਨ ਟੈਕਨੋਲੋਜੀ ਯੂਨੀਵਰਸਿਟੀ ਨੇ ਤਿਆਰ ਕਰਤੀ ਹੈ। ਬਿਲਕੁਲ ਜੀ। ਤਾਂ ਕਿਸਾਨ ਵੀ ਦੇਖੋ, ਖੇਤੀ ਹੈ ਜਿਹੜੀ ਬਹੁਤ ਘੱਟ ਮੁਨਾਫੇ ਦਾ ਧੰਦਾ ਬਣਦੀ ਜਾ ਰਹੀ ਹੈ। ਡੀਜ਼ਲ ਦੀਆਂ ਕੀਮਤਾਂ ਬੜੀਆਂ ਵਧ ਗਈਆਂ, ਸੰਦ ਬੜੇ ਮਹਿੰਗੇ ਨੇ, ਖੇਤੀ ਛੋਟੀ ਹੁੰਦੀ ਜਾ ਰਹੀ ਹੈ। ਇਹ ਤਾਂ ਇਹ ਹੈ ਵੀ ਕਿਸਾਨ ਇੱਕ ਇਕੱਲਾ ਕਿਸਾਨ ਇਹਨੂੰ ਨਹੀਂ ਕਰ ਸਕਦਾ, 10-10 20 ਕਿਸਾਨ ਇਕੱਠੇ ਹੋ ਕੇ ਗਰੁੱਪ ਬਣਾ ਕੇ ਉਹਨਾਂ ਨੂੰ ਗੌਰਮੈਂਟ ਮਦਦ ਕਰੇ। ਟੈਕਨੋਲੋਜੀ ਸਾਡੀ ਯੂਨੀਵਰਸਿਟੀ ਦੇ ਰਹੀ ਹੈ। ਤਾਂ ਇੱਕ ਜੋ ਵਿਲ ਪਾਵਰ ਦੀ ਗੱਲ ਕੀਤੀ ਹੈ, ਸਾਨੂੰ ਵੀ ਥੋੜ੍ਹੀ ਜਿਹੀ ਮਾਨਸਿਕ ਤੌਰ 'ਤੇ ਸਟਰੋਂਗ ਹੋਣਾ ਪਊਗਾ ਵੀ ਅਸੀਂ ਇਹ ਕੰਮ ਕਰਨਾ ਹੈ, ਕਿਉਂਕਿ ਜੋ ਗੱਲ ਕੀਤੀ ਹੈ ਟਾਈਮ ਹੁਣ ਥੋੜ੍ਹਾ ਰਹਿ ਗਿਆ। ਮੈਂ ਜਿੰਨੇ ਵੀ ਖੇਤਾਂ ਦੀ ਮਿੱਟੀ ਟੈਸਟ ਕਰਾਈ ਹੈ, ਸਾਡਾ ਆਰਗੈਨਿਕ ਕਾਰਬਨ 0.4 ਨਹੀਂ ਆਇਆ। ਓਨੈਸਟਲੀ ਸਪੀਕਿੰਗ, ਇਮਾਨਦਾਰੀ ਨਾਲ ਮੈਂ ਸੱਚ ਕਹਿ ਰਿਹਾ। ਤੇ 0.4 ਤੋਂ ਜੋ ਥੱਲੇ ਜਾਂਦਾ, ਸਾਡੀਆਂ ਕਿ ਜੋ ਖਾਦਾਂ ਖੁੱਦਾਂ ਪਾਉਂਦੇ ਉਹ ਕੰਮ ਨਹੀਂ ਕਰਦੀਆਂ। ਇਹਨੂੰ ਵਧਾਉਣ ਵਾਸਤੇ ਸਾਨੂੰ ਰਹਿੰਦ ਖੂੰਹਦ ਨੂੰ ਬਚਾ ਕੇ ਰੱਖਣਾ ਚਾਹੀਦਾ। ਜਾਣੀ ਇਹ ਅੱਜ ਦੀ ਇਸ ਗੱਲ ਤੋਂ ਸਾਨੂੰ ਇਹ ਨਿਚੋੜ ਨਿਕਲਦਾ ਵੀ ਜਿਹੜੀ ਅਸਲ ਗੱਲ ਇਹ ਆ ਕਿ ਇਹਦੇ ਵਿੱਚ ਦੋਨਾਂ ਧਿਰਾਂ ਨੂੰ, ਸਾਰੀਆਂ ਧਿਰਾਂ ਨੂੰ, ਸਰਕਾਰ ਨੂੰ ਵੀ, ਕਿਸਾਨਾਂ ਨੂੰ ਵੀ, ਸਾਇੰਸਦਾਨਾਂ ਨੂੰ ਵੀ, ਮਾਹਰਾਂ ਨੂੰ ਵੀ, ਇਹਨਾਂ ਨੂੰ ਰਲ ਕੇ ਇੱਕ ਇਹੋ ਜਿਹੀ ਨੀਤੀ ਜਿਹੜੀ ਉਹ ਬਣਾਉਣੀ ਚਾਹੀਦੀ ਹੈ ਜਿਹੜੀ ਥੱਲੇ ਤੱਕ ਸਿਖਾਲਿਆਂ ਲਾਗੂ ਕੀਤੀ ਜਾ ਸਕੇ। ਤਾਂ ਕਰਕੇ ਅਸੀਂ ਜਿਹੜਾ ਹੈ ਇਸ ਕੰਮ ਵਾਸਤੇ ਅੱਗੇ ਤੋਂ ਮਤਲਬ ਨਾੜ ਸਾੜਨ ਦਾ ਜਿਹੜਾ ਕੰਮ ਉਹਨੂੰ ਰੋਕਿਆ ਜਾ ਸਕਦਾ ਤੇ ਵੱਡੀ ਗੱਲ ਕੀਤੀ ਜਾ ਸਕਦੀ ਹੈ। ਸੋ ਡਾਕਟਰ ਸਾਹਿਬ, ਤੁਹਾਡਾ ਵੀ, ਜਗਤਾਰ ਜੀ ਤੁਹਾਡਾ ਵੀ ਅੱਜ ਇੱਥੇ ਸਟੂਡੀਓ 'ਚ ਆਉਣ 'ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਆਓ ਹੁਣ ਇਹ ਸਮਾਂ ਜਿਹੜਾ ਅੱਜ ਦਾ ਇਸ ਕਿਸਾਨ ਬਾਣੀ ਦਾ ਇੱਥੇ ਹੀ ਮੁੱਕਦਾ ਇਸ ਗੱਲਬਾਤ ਦਾ।